बनता भी उस चीज़ों से 4 दिन की इंक्वायरी है। तो कहते जे तुहानूं लगूगा भी हजे कोई सच जिहड़ा है वो नहीं बाहर आ रहा तो असीं 4 दिन होर लवांगे। जिन्ने दिन तुसीं नहीं कहते जे कोई तुहाडे चों लगता है भी आ उहनूं सवाल पूछे जा सकते आ ते किसी को कोई होर शक आ जां होर देखो संगत नूं जां इनफॉर्मेशन किसी को होर भी बड़ी आ सकती है भी ये बंदे की आह लिंक सी लुधियाने तो मिल सकती है परिवार तो मिल सकती है वो भी सानूं दस सकते। बाकी कित्थों तक साडी गल गई है और मालूम करता जो बंदे ने ध्यान ना गौर ना ये चीज़ करनी क्योंकि तुम विश्वास किया तो आप किसी हक के बंदे नहीं है आप संगत दे फिर श्री अकाल तख्त साहब नूं समर्पित है। सोनू पहला गल है जो बेअदबी हुई आ बंदा उत्थे मारिया जाता बंदे नूं फड़ के सिंह सोधा ला देंदे वो एक वक्री गल। जो बंदा पुलिस के हथ च उठ गया उन्होंने मारना बहुत औखा होंगे। जी सबदा करता बंदा मारिया जाए जे असी कोई भयानक बीमारी लग गई गिट्टा गल के उन्होंने वढ़ दे वो हल नहीं है। ये वेखिए होया किवें बार बार बेअदबियां हो रही का कारण की आ वो बंदा पुलिस कस्टडी च सी संगत के कहण ते एक असी बाद च आए हैं मैनू कमेटी दे विच पा लिया बाई जी होनी कमेटी का हिस्सा 5 मैंबरी कमेटी थी ते एक सिंह नहीं आए गया। हुण कमेटी की जिम्मेवारी की आ तुसीं सानूं अगे लाया तुहानूं मौका देवांगे सवाल करन दा सारे सवाल कर सकते हैं तुहाडा हक आ। असीं वो बंदे नूं मंग कीती पुलिस प्रशासन तो भी बंदा साडे अखां दे सामणे पुੱਛ-गिੱਛ होनी चाहिए साडे सामने पुੱਛ-गिੱਛ हुई। तुसीं कोई बंदा ਉਹਦਾ ਨਾਂ ਹੁਣ ਜਾਣਨ ਲੱਗੇ ਪਹਿਲਾਂ ਨਾਮ नहीं पता सी ਤੁਹਾਨੂੰ ਕਿਸੇ ਨੂੰ ਸ਼ਕਲ ਵੀ नहीं पता बंदे ਦੀ ਕਿਹੋ ਜਿਹੀ ਆ ਹੋਰ ਤੁਸੀਂ ਕੀ ਕਰ ਲਓਗੇ ਤੁਸੀਂ ਦੱਸੋ ਬੰਦੇ ਬਾਰੇ ਜਾਣਦੇ ਕੀ ਆ ਕੁਝ ਨਹੀਂ ਜਾਣਦੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਬੰਦੇ ਬਾਰੇ। ਇਹ ਜਿਹੜੀ ਗੱਲਬਾਤ ਆ ਸਾਰੀ ਬੇਅਦਬੀ ਦੀ ਇਹ ਸਾਰੀਆਂ ਘਟਨਾਵਾਂ ਸਰਸੇ ਵਾਲੇ ਹੀ ਕਰਦੇ ਆ ਇਹ ਗੱਲ ਕਲੀਅਰ। ਬੰਦਾ ਪੁਲਿਸ ਕਸਟਡੀ 'ਚ ਸੀ ਸਾਡੇ ਕੋਲੇ ਪੁੱਛ-ਗਿੱਛ ਲਈ ਆਉਂਦਾ ਸੀ ਛਾਤਰ ਸਾਡੇ ਬਾਹਰ ਹੁੰਦੇ ਹੀ ਫੋਨ ਸਾਡਾ ਬਾਹਰ ਹੋਏ ਆਪਦੇ ਆਪਦੇ ਪੱਧਰ ਤੇ ਅਸੀਂ ਜੋ ਮਰਜ਼ੀ ਕਰ ਸਕਦੇ ਵੋਟਾਂ ਘੰਟੇ 3 ਘੰਟੇ 'ਚ ਮਿਲਦੀ ਸੀ ਠੀਕ ਆ। ਇਹ ਤੁਹਾਡੀ ਮਿਹਰਬਾਨੀ ਹੈ ਉੱਥੋਂ ਅਸੀਂ ਨਿਕਲ ਗਏ ਆ ਸਾਨੂੰ ਕੱਢਤਾ ਇਹ ਵੀ ਤੁਹਾਡੀ ਮਿਹਰਬਾਨੀ ਆ। ਜਦੋਂ ਸੰਗਤ ਨੂੰ ਅਸੀਂ ਇਹ ਗੱਲ ਕਹਿ ਰਹੇ ਆ ਵੀ ਪੁਲਿਸ ਸਾਡੇ ਨਾਲ ਆ ਅਸੀਂ ਰਲ ਮਿਲ ਕੇ ਇਨਵੈਸਟੀਗੇਸ਼ਨ ਕਰਦੇ ਆ ਤੁਹਾਨੂੰ ਸੱਚ ਦੱਸਾਂਗੇ ਤੁਸੀਂ ਯਾਰ ਮੰਨ ਲਓ ਪੁਲਿਸ ਕਮੇਟੀ ਮਿਲੀ ਹੋਈ ਆ ਤੁਸੀਂ ਮੰਨ ਲਓ 4 ਬੰਦੇ ਇਹ ਵੀ ਮਿਲੇ ਹੋਏ ਆ ਮੇਰੇ ਤੇ ਤਾਂ ਘੱਟੋ ਘੱਟ ਯਕੀਨ ਕਰੋ ਮੇਰੇ ਤੇ ਵੀ ਯਕੀਨ ਨਹੀਂ ਕਰਨਾ ਫਿਰ ਅਸੀਂ ਸਾਰੇ ਮਿਲੇ ਹੋਏ ਆ ਫਿਰ ਖੜਨਾ ਕਾਹਦੇ ਆ ਤੇ ਬਈ ਆਪਦਾ ਕੰਮ ਕਰੋ। ਤੁਸੀਂ ਮੂਹਰੇ ਲਾਇਆ ਸੀ ਕਿ ਅਸੀਂ ਤੁਹਾਨੂੰ ਕੱਲੀ ਕੱਲੀ ਗੱਲ ਦਾ ਜਵਾਬ ਦੇਵਾਂਗੇ ਜੇ ਕਿਸੇ ਦਾ ਕੋਈ ਸਵਾਲ ਆ ਇੱਕ ਭਾਵੇਂ 100 ਬੰਦਾ ਖੜਾ ਚਾਹੇ 200 ਹਰੇਕ ਬੰਦਾ ਸਵਾਲ ਪੁੱਛਣ ਦਾ ਹੱਕਦਾਰ ਆ। ਫੇਰ ਨਾ ਕਹੋ ਸਾਡੇ ਬੰਦੇ ਨੇ ਸਾਡੇ ਤੋਂ ਪਰਦਾ ਰੱਖ ਲਿਆ ਕਿਸੇ ਬੰਦੇ ਦਾ ਕੋਈ ਸਵਾਲ ਆ ਤੇ ਇੱਕ ਪੁੱਛ ਸਕਦਾ। ਨਾਲੇ ਇਹ ਹੈ ਨਾ ਵੀ ਅਮਰਪਾਲ ਸਿੰਘ ਨੇ ਤਾਂ ਕਿਹਾ ਨਹੀਂ ਮੈਨੂੰ ਮੀਡੀ ਚੁਕਾਓ ਆਹੀ ਸਾਡੀ ਪੰਚਾਇਤ ਤੁਹਾਡੀ ਸਾਰੀ ਨੇ ਕਿਹਾ ਸੀਗਾ ਵੀ ਸਾਡੇ ਵੱਲੋਂ ਜਿਹੜਾ ਵੀ ਇਹਨੂੰ ਅਮਰਪਾਲ ਸਿੰਘ ਨੂੰ ਪਾਇਆ ਜਾਵੇ ਇਹੀ ਗੱਲ ਹੋਈ ਹੈ ਨਾ ਜਿਹੜੇ ਕੀਤੀ ਵੀ ਆ ਉਹ ਆਪਣੇ ਸਿੰਘਾਂ ਦੇ ਵਿੱਚੋਂ ਕੋਈ ਨਹੀਂ ਸੀਗੇ ਠੀਕ ਹੈ ਜੀ ਜਿਹੜੀ ਆ ਗੱਲਬਾਤ ਕੋਈ ਵੀ ਹੈ ਬਾਹਰ ਹੈ ਨਾ ਤੇ ਇਹ ਗੱਲ ਬਾਅਦ ਦੀ ਆ ਪਹਿਲਾਂ ਕੋਈ ਸਵਾਲ ਪੁੱਛਣਾ ਚਾਹੁੰਦਾ ਬੇਅਦਬੀ ਦੇ ਮਸਲੇ ਦੇ ਵਿੱਚ ਅੱਜ ਕੋਈ ਡਾਊਟ ਆ ਨਹੀਂ ਡਾਊਟ ਨਹੀਂ ਤੁਹਾਡਾ ਮਤਲਬ ਕੋਈ ਮਨ ਚ ਸਵਾਲ ਆ ਹੱਕ ਤੁਹਾਡਾ ਵੀ ਕਿੱਥੋਂ ਤੱਕ ਗੱਲ ਗਈ ਉਹ ਸਾਨੂੰ ਪੁੱਛੋ ਇਧਰ ਦਾ ਤੁਸੀਂ ਸਾਨੂੰ ਮੂਹਰੇ ਲਾਇਆ ਤੁਹਾਡਾ ਹੱਕ ਆ ਜੀ ਪੁੱਛਣ ਤੁਸੀਂ ਦਾ। ਜਿੰਨੀ ਕਰਨੀ ਹੈਗੀ ਬਾਬੇ ਦੱਸ ਦਿਓ ਕੋਈ ਚੱਕਰ ਨਹੀਂ ਹੈਗਾ ਜਿੰਨੀ ਤੁਸੀਂ ਹੈਗੀ ਤੁਹਾਡੇ ਕੋਲ ਜਾਇਜ਼ ਤੁਸੀਂ ਦੱਸ ਸਕਦੇ ਆਪਾਂ ਨੂੰ ਯਕੀਨ ਤੁਹਾਡੇ ਤੇ ਕਦੇ ਮੂਹਰੇ ਕੀਤਾ ਹੈ। ਉਹਦਾ ਪਰਿਵਾਰਕ ਮਨੋਕਣ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਇੱਕ ਬੇਨਤੀ ਹੈ ਜੀ ਕਿ ਸ਼ਾਇਦ ਤੁਹਾਨੂੰ ਹਜੇ ਮੈਨੂੰ ਦਾ ਨਾਂ ਪਤਾ ਲੱਗਿਆ ਹੋਵੇ ਕਿ 4 ਬੰਦੇ ਹੁਣ ਤਮਾਕੂ ਮਲ ਦੇ ਉੱਪਰ ਫੜ ਕੇ ਸਿੰਘਾਂ ਨੇ ਸੋਧੇ ਆ। ਇੱਕ ਮਿੰਟ ਪੀਰ ਦੀ ਗੱਲ ਪੂਰੀ ਕਰ ਲੈਂਦੇ ਹੋ ਤੁਸੀਂ ਕਿਹਾ ਸਵਾਲ ਮੈਂ ਤਾਂ ਕਰ ਰਿਹਾ ਨਹੀਂ ਆਪਾਂ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ ਬਈ ਕਰੋ ਬਈ। ਅੱਛਾ ਜੀ ਹੁਣ ਜੇ ਇੰਨੇ ਸਿੰਘ ਖੜੇ ਹੋਣ ਦੇ ਬਾਵਜੂਦ ਇੰਨਾ ਪੁਲਿਸ ਅਮਲਾ ਖੜੇ ਹੋਣ ਦੇ ਬਾਵਜੂਦ ਜੇ ਘਟਨਾ ਵਾਪਰ ਰਹੀਆਂ ਨੇ ਤੇ ਬਾਅਦ ਦੇ ਵਿੱਚ ਤਾਂ ਕੋਈ ਗਾਰੰਟੀ ਹੋ ਹੀ ਨਹੀਂ ਸਕਦੀ ਜਦੋਂ ਸਿੰਘ ਸਾਰੇ। ਇੱਕ ਮਿੰਟ ਬਾਬਾ ਜੀ ਦੂਸਰੀ ਬੇਨਤੀ ਇਹ ਆ ਕਿ ਜੇ ਅਸੀਂ ਕਿਸੇ ਮੰਦਿਰ 'ਚ ਜਾਂਦੇ ਆ ਨਾ ਪੁਰਾਤਨ ਦੇ ਵਿੱਚ ਜਿਹੜਾ ਵੱਡਾ ਮੰਦਿਰ ਆ ਉੱਥੇ ਇੱਕ ਮਸ਼ੀਨਾਂ ਲੱਗੀਆਂ ਹੋਈਆਂ ਨੇ ਜੀ ਡਿਟੈਕਟਿਵ ਤੇ ਚੈੱਕ ਪੋਸਟ ਆ। ਇੱਕ ਇਹ ਸਾਡੀ ਇਹ ਡਿਮਾਂਡ ਹੈ ਤੁਹਾਡੇ ਮੂਹਰੇ ਸ਼੍ਰੋਮਣੀ ਕਮੇਟੀ ਲਾਉਂਦੀ ਆ
ਭਾਰਤ ਸਰਕਾਰ ਲਾਉਂਦੀ ਆ ਉਹ ਅਲੱਗ ਗੱਲ ਆ, ਪਰ ਇਹ ਜੇ ਲੱਗੇ ਉਹਦਾ ਸਿੰਘ ਜਿਹੜਾ ਖੜਾ ਉਹਦਾ ਮੂੰਹ ਵੀ ਖੁਲਾ ਕੇ ਦੇਖੇ ਵੀ ਕਦੇ ਜਰਦਾ ਵਗੈਰਾ ਤਾਂ ਨਹੀਂਗਾ। ਇਹ ਸਾਡੀ ਇੱਕ ਜਿੱਤੇ ਸ਼ੱਕ ਪੈਂਦਾ ਬਸ ਇਹ ਹੈ ਨਾ ਹਾਂਜੀ। ਭਾਈ ਜੀ, ਉਹਨਾਂ ਦੇ ਸਵਾਲ ਕਰਨ ਤੋਂ ਪਹਿਲਾਂ ਗੱਡੀ ਅਸੀਂ ਬਿਲਕੁਲ ਇਹੀ ਗੱਲ ਪਹਿਲਾਂ ਗੱਡੀ 'ਚ ਮੈਂ ਇਹਨਾਂ ਨੂੰ ਇਹ ਗੱਲ ਆਖੀ, ਮੈਂ ਕਿਹਾ ਯਾਰ ਸਾਡੇ ਤਾਂ ਕਾਕਟ ਸਾਹਿਬਾਨਾਂ ਨਾਲੋਂ ਸਨਮੇ ਘਰ ਹੀ ਸੇਫ ਆ, ਘੱਟੋ ਘੱਟ ਮਸ਼ੀਨਾਂ ਦੇਖ ਤਾਂ ਲੈਂਦੀਆਂ, ਬੀੜੀ ਸਿਗਰਟ ਅੰਦਰ ਜਾ ਕੇ ਆਖਣ ਇਹ ਗੱਲ ਮੈਂ ਪਹਿਲਾਂ ਗੱਡੀ 'ਚ ਇਹ ਹੋ ਗਈ ਗੱਲ। ਮੈਂ ਹੁਣ ਜਿਹੜਾ ਤੁਹਾਨੂੰ ਸਵਾਲ ਪੁੱਛਣਾ ਸੀਗਾ ਵੀ ਜਿਹੜੀ ਇਹ ਹੁਣ ਘਟਨਾ ਅੱਜ ਵਾਪਰੀ ਹੈ, ਅਸੀਂ ਤਾਂ ਉੱਥੇ ਸੀ, ਸਾਨੂੰ ਨਹੀਂ ਪਤਾ ਲੱਗਿਆ ਸੀ। ਸਾਨੂੰ ਜਦੋਂ ਫੋਨ ਹੋਇਆ ਤੁਰੰਤ ਅਸੀਂ ਚੱਲ ਪਏ ਵੀ ਇਹ ਕਿੱਥੇ ਵਾਪਰੀ ਹੈ ਘਟਨਾ, ਕਿਸ ਥਾਂ ਦੇ ਉੱਤੇ ਵਾਪਰੀ ਹੈ। ਇਹ ਜੀ ਜਿੱਥੋਂ ਆਪਾਂ ਐਂਟਰੀ ਕਰਦੇ ਹਾਂ ਬਾਬਾ ਜੀ ਹੈਨਾ, ਜਿੱਥੇ ਆਪਾਂ ਇਹ ਮਸਲਾ ਨਾ ਐਂਡ ਤੇ ਕਰਾਂਗੇ ਬਾਈ ਜੀ। ਮੇਨ ਗੱਲ ਹੈ ਉਹ ਕੰਮ ਤੇ ਗੱਲ ਕਰੋ। ਜਿਹੜੀ ਬੇਅਦਬੀ ਦੀ ਉਹ ਗੱਲ ਕਰੋ। ਬੇਅਦਬੀ ਦੀ ਗੱਲ ਸੁਣ ਲਓ। ਪਹਿਲਾਂ ਸਾਡੇ ਨਾਲ ਬਾਹਰ ਭੇਜਣਾ ਹੋ ਜਾਂਦੀ, ਸਾਡਾ ਫੋਨ ਆਵਾਜ਼ ਸਕਦਾ, ਕੋਈ ਵੀ ਗੱਲ ਬਾਤ ਹੋ ਸਕਦੀ। ਆ ਗਈ ਜਿਹੜਾ ਇਹ ਬੰਦਾ ਵਾ ਪਰਮਜੀਤ ਸਿੰਘ ਨਾਮ ਦਾ ਬੰਦਾ, ਲੁਧਿਆਣੇ ਦਾ ਬੰਦਾ ਹੈ। ਪਿੱਛੋਂ ਇਹ ਲੰਗਿਆਣੇ ਤੋਂ ਪਿੱਛੋਂ ਇਹ ਲੰਗਿਆਣੇ ਤੋਂ ਜ਼ਿਲ੍ਹਾ ਮੋਗਾ, ਠੀਕ ਹੈ ਬਾਅਦ ਜੀ। ਪ੍ਰਗਟ ਹੋਏ। ਇਹਦੇ ਚਾਚੇ 3 ਨਵਾਂ ਲੰਗਿਆਣਾ, ਦੋ ਲੰਗਿਆਣਾ ਨੇ, ਇੱਕ ਨਵਾਂ ਲੰਗਿਆਣਾ, ਉੱਥੋਂ ਦਾ ਭਰਾ ਵੀ ਅਮਰੀਕਾ ਵਾ, ਠੀਕ ਹੈ ਜੀ। ਇਹ ਬੰਦੇ ਕਈ ਬੰਦੇ ਦਾ ਕਹਿਣਾ ਵੀ ਮੈਂ 2 ਦਿਨ ਪਹਿਲੋਂ ਉਹਦੇ ਮਨ ਦੇ ਵਿੱਚ ਘਰ ਗੱਲ ਘਰ ਕਰ ਲਈ, ਇਹ ਕੰਮ ਮੈਂ ਕਰਨਾ ਹੀ ਕਰਨਾ, ਠੀਕ ਹੈ ਜੀ। ਇਹ ਬੰਦਾ 9:29 ਤੇ ਘਰੋਂ ਤੁਰਿਆ ਰਾਤ ਨੂੰ, 12:17 ਤੇ ਕੇਸਗੜ੍ਹ ਸਾਹਿਬ ਪਹੁੰਚਦਾ ਹੈ। ਰਾਸਤੇ ਦੇ ਇਹਦੇ ਟੂਲ ਪਲਾਜ਼ਿਆਂ ਦੇ ਉੱਤੋਂ ਤੇ ਮੇਨ ਮੋੜਾਂ ਦੇ ਉੱਤੋਂ CCTV ਕੈਮਰੇ ਚੈੱਕ ਕੀਤੇ ਆ, ਇਹ ਇਕੱਲਾ ਪਾਇਆ ਗਿਆ। ਇੱਕ ਥਾਂ ਕਲੀਅਰ ਨਹੀਂ ਆਇਆ, ਉੱਥੇ ਮੀਂਹ ਪੈ ਰਿਹਾ ਸੀ ਤੇ ਅੱਗੇ ਪਿੱਛੇ ਚੈੱਕ ਕੀਤਾ ਇਕੱਲਾ ਵਾ। ਗੱਡੀ ਇਹਦੇ ਕੋਲ ਨੋਵਾ ਵਾ PV 10 GX 9967, ਠੀਕ ਹੈ ਜੀ, 2018 ਵਾਲਾ। ਜਿਹੜੇ ਬੰਦੇ ਇੱਕ ਸਾਡੇ ਕੋਲੇ ਕੱਲ CCTV ਕੈਮਰੇ ਦੀ ਰਿਕਾਰਡਿੰਗ ਨਹੀਂ ਸੀ, ਇਹ ਸਾਨੂੰ ਜਦੋਂ ਸੂਚਿਤ ਕਰਤਾ ਸੀ। ਅੱਜ ਰਿਕਾਰਡਿੰਗ ਆਈ ਆ, ਇੱਕ ਬੰਦੇ ਆਲੇ ਇਸ਼ਾਰਾ ਕਰਦਾ, ਸਾਰੀ ਸੰਗਤ ਜਾਂਦੀ ਆ, 2 ਬੰਦੇ ਰਹਿੰਦੇ ਉਹਦੇ ਨਾਲ ਇਸ਼ਾਰਾ ਕਰਦਾ। ਚਲੋ ਕੋਈ ਨਾ ਜੀ, ਹੁਣ ਕਿਉਂਕਿ ਅਸੀਂ ਬਾਹਰ ਹੋ ਗਏ, ਤੁਸੀਂ ਮਿਹਰਬਾਨੀ ਆ ਤੁਹਾਨੂੰ ਬਾਅਦ ਦੱਸ ਦਿਓ। ਉਹ ਬੰਦਾ ਅਸੀਂ ਵੈਰੀਫਾਈ ਕਰ ਰਹੇ ਆ, ਪੁਲਿਸ ਨੂੰ ਕਹਿੰਦਾ ਵੀ ਚੱਕੋ। ਦੂਜੀ ਗੱਲ, ਇਹ ਬੰਦਾ ਮੋਨਾ ਨਸ਼ਾ ਕਰਦਾ, ਸਰਸੇ ਵਾਲੇ ਦਾ ਪ੍ਰੇਮੀ ਆ, ਪੱਕਾ ਪਰਿਵਾਰ ਪਿਓਰ ਪ੍ਰੇਮੀ ਜਿਹਨੂੰ ਕਹਿੰਦੇ। ਇੱਥੋਂ ਤੱਕ ਪ੍ਰੇਮੀ ਆ ਵੀ ਸਰਸੇ ਦੀ 7 ਮੈਂਬਰੀ ਕਮੇਟੀ ਦੇ ਵਿੱਚ ਇਹਦੇ ਬਾਪੂ ਦਾ ਨਾਮ ਗੁਰਮੇਲ ਸਿੰਘ ਬਾਪੂ ਦਾ ਨਾਂ 7 ਮੈਂਬਰੀ ਕਮੇਟੀ 'ਚ ਕੋਈ ਐਵੇਂ ਤਾਂ ਬਣ ਨਹੀਂ ਜਾਂਦਾ। ਵਿਸ਼ਵਾਸ ਬਣਾਉਣਾ ਪਏਗਾ ਤੇ ਵਿਸ਼ਵਾਸ ਕਿੱਥੋਂ ਤੱਕ ਹੋਊਗਾ। ਦੂਜੀ ਗੱਲ, ਇਹ ਨੋਵਾ ਗੱਡੀ ਤੇ ਹੈ, ਪਾਰਕਿੰਗ 'ਚ ਲਾਈ ਹੈ ਗੱਡੀ ਤੇ ਚਾਬੀ ਗੱਡੀ ਦੇ ਵਿੱਚ ਪਈ ਸੀ, ਜਿੱਥੋਂ ਸਾਨੂੰ ਸ਼ੱਕ ਸੀ ਸ਼ਾਇਦ ਬੰਦਾ ਕੋਈ ਵਿੱਚ ਹੋਰ ਸੀ ਵੀ ਇਹਦੇ ਜਦੋਂ ਪੈਣ ਲੱਗ ਗਿਆ ਉਹ ਭੱਜ ਗਿਆ। ਜਦੋਂ ਇਹਨੂੰ ਇੰਟਰੋਗੇਟਰ ਕੀਤਾ ਪੁਲਿਸ ਨੇ ਕੀਤਾ, ਜਾਂ ਅਸੀਂ ਪੁੱਛ ਲਾ ਲਿਓ, ਇਹ ਬੰਦੇ ਨੇ ਇਹ ਗੱਲ ਆਖੀ ਆ ਵੀ ਗੱਡੀ 'ਚ ਚਾਬੀ ਮੈਂ ਤਾਂ ਰੱਖ ਗਿਆ ਸੀ ਵੀ ਜੇ ਮੈਂ ਉੱਥੇ ਸੈੱਟ ਦਾ ਫੜਿਆ ਗਿਆ ਤੇ ਮੈਨੂੰ ਕੁੱਟ ਕੇ ਮਾੜਾ ਮੋਟਾ ਕੁੱਟਣਗੇ, ਮਾਰਨਗੇ, ਛੱਡ ਦੇਣਗੇ ਵੀ ਸ਼ਾਇਦ ਬੱਸ ਤੇ ਆਇਆ ਤੇ ਚਾਬੀ ਕੋਲੋਂ ਫੜੀ ਗਈ ਤੇ ਗੱਡੀ ਦਾ ਨੁਕਸਾਨ ਹੋਊਗਾ। ਗੱਡੀ ਨੇ ਸੇਵ ਕਰ ਲਈ, ਸੇਵ ਕਰ ਲਈ, ਚਾਬੀ ਨਾਲ ਠੀਕ ਹੈ ਜੀ। ਮਤਲਬ ਇੱਕ ਵੇਖੋ ਇੱਕ ਛਾਤਰ ਨਾਲ ਬੰਦਾ ਲੁਧਿਆਣੇ ਕਿੱਥੋਂ ਸੀ ਪ੍ਰੋਪਰ? ਲੁਧਿਆਣੇ ਦੇ ਪ੍ਰੋਪਰ ਐਡਰੈਸ ਦੇ ਮਹਾਰਾਜ ਨਗਰ ਕਿਸ ਮਾਰਕੀਟ ਦੇ ਕੋਲੇ? ਕਿਸ ਮਾਰਕੀਟ ਦੇ ਲਾਗੇ? ਯੂਨੀਵਰਸਿਟੀ ਦੇ ਕੋਲੇ ਮਿਲੇਗੀ ਬੈਕ ਸਾਈਡ ਤੇ ਪੰਨੇੜੀ ਲੁਧਿਆਣੇ ਸਾਡਾ। ਲੁਧਿਆਣੇ ਦਾ ਵਾਸੀ ਆ, ਮਹਾਰਾਜਾ ਨਗਰ ਆ, ਹਾਊਸ ਨੰਬਰ ਹੈਗਾ ਵਾ 1849, ਗਲੀ ਨੰਬਰ 6 ਆ, ਨੀਅਰ ਸਰਕਟ ਹਾਲ ਦਾ ਨੇੜੇ ਐਗਰੀਕਲਚਰ ਯੂਨੀਵਰਸਿਟੀ ਆ ਲੁਧਿਆਣਾ। ਇਹ ਘਰ 'ਚ ਇਕੱਲਾ ਹੀ ਰਹਿੰਦਾ ਸੀਗਾ ਵੀਰ? ਨਹੀਂ, ਇਹਦਾ ਘਰ ਬੱਚੇ ਮੁੰਡਾ ਇਹਦਾ, ਇੱਕ ਵਾਈਫ ਆ, ਬਾਕੀ ਸਾਰੀ ਫੈਮਿਲੀ ਦਾ ਮਾਂ ਪਿਓ, ਇਹਦਾ ਭਰਾ ਉਹ ਮਿਲਦਾ BC ਚੰਦਰ। ਸਾਡੇ ਗ੍ਰਹਿ ਤੋਂ 5-4 ਕਿਲੋਮੀਟਰ ਦੂਰ ਹੈ। ਜ਼ਿਆਦਾ ਇਹ ਬੰਦਾ 7 ਤਰੀਕ 8 ਮਹੀਨੇ ਦੀ 2019 ਨੂੰ 7:35 ਤੇ ਪੰਥ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੌਜੂਦਗੀ ਗੁਰਮਤਿ ਵਿਦਿਆਲਿਆ ਦੇ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਤੁਹਾਨੂੰ 2 ਸਾਲ ਦਾ ਰਿਕਾਰਡ ਦਿੱਤਾ ਨਾ ਜੀ। ਜਿਹੜੀ ਪੁੱਛ ਗਿੱਛ ਸੀ ਇਹ ਕਰ ਰਹੇ ਸੀ, ਗੁਪਤ ਰੱਖਣੀ ਸੀ, ਕਿਉਂ ਜ਼ਾਹਰ ਕਰਨੀ ਪਈ ਇਸ ਕੰਮ ਵਾਸਤੇ, ਠੀਕ ਆ। ਇੱਕ ਗੱਲ ਹੋਰ ਦੱਸ ਦੇ ਤੁਹਾਨੂੰ, ਇਹ ਬੰਦੇ ਨੇ ਇਹ ਕੰਮ ਕਰਨਾ ਹੀ ਕਰਨਾ ਸੀ, ਦੁਨੀਆ ਇੱਧਰ ਦੀ ਉੱਧਰ ਹੋ ਜੇ, ਇਸ ਕਰਕੇ ਇਸ ਬੰਦੇ ਨੇ 5 ਸਤੰਬਰ ਨੂੰ 3:30 ਵਜੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਲੁਧਿਆਣੇ ਤੋਂ ਅੰਮ੍ਰਿਤ ਵੀ ਛਕਿਆ। ਕਕਾਰ ਵੀ ਉੱਥੋਂ ਲੈ 2 ਤਰੀਕ ਨੂੰ ਪੁੱਛਣ ਗਿਆ ਮੈਂ ਅੰਮ੍ਰਿਤ ਛਕਣਾ, 5 ਤਰੀਕ ਨੂੰ ਕਹਿੰਦੇ ਛਕਾਵਾਂਗੇ, ਛਕਿਆ ਵਾ।
ਹੁਣ ਅਸੀਂ ਸਾਡੇ ਦੋ ਗਾਂ ਸਵਾਲ ਹੋਰ ਬਣ ਗਏ। ਪਹਿਲੇ ਸਵਾਲ ਇਹ ਆ ਵੀ ਉਹ ਕਨੈਕਟਿੰਗ ਚਿੱਟੀ ਸਕੂਟਰੀ ਤੇ ਗਿਆ ਸੀ, ਨਾਲ ਬੰਦਾ ਕਿਹੜਾ ਸੀ। ਬਾਕੀ ਇਹਦੇ ਨਾਲ ਅੰਮ੍ਰਿਤ ਛਕਿਆ ਕਿਹਨੇ ਆ, ਦੋ ਬੰਦੇ ਵੈਰੀਫਾਈ ਕੀਤੇ ਆ। ਇੱਕ ਆਹ ਬੰਦੇ ਦਾ ਮੈਂ ਮਾਡਲ ਬਣਾਇਆ, ਇਹ ਬੰਦਾ ਇਹ ਆਪ ਆ। ਇਹਦੇ ਨਾਲ ਆ ਖੜਾ ਪੰਜਾਬੀ ਚ ਲਿਖਿਆ ਐਨਕਾਂ ਲੱਗੀਆਂ, 3:28 ਤੇ ਫੋਟੋ ਖਿੱਚੀ ਗਈ ਹੈ। ਇਹ ਬੰਦਾ ਆਇਡੈਂਟੀਫਾਈ ਕਰਨਾ ਕਿੱਥੇ ਆ। ਦੂਜਾ ਜਿਹਨੂੰ ਇਸ਼ਾਰਾ ਕੀਤਾ ਉਹ ਕਰਨਾ। 37ਵੇਂ ਨੰਬਰ ਦੇ ਨੇ ਅੰਮ੍ਰਿਤ ਛਕਿਆ, ਜਿਵੇਂ ਆਪਣੇ 65 ਬੰਦੇ ਚੱਕਣ ਵਾਲੇ ਸੀ। 65 ਬੰਦੇ ਛਕਣ ਵਾਲੇ ਸੀ। 37ਵੇਂ ਨੰਬਰ ਤੇ ਛਕਿਆ ਨੂਰਪੁਰ ਬੇਦੀ ਤੇ ਕੋਈ ਖੇੜਾ ਕਲਮੋਟ ਕੋਈ ਪਿੰਡ ਸ਼ਹਿਰ ਨੇੜਾ ਦੂਗਾ ਅੱਛਾ ਇੱਕ ਹੋਰ ਵੱਡੀ ਗੱਲ, ਉਦੋਂ ਨੰਬਰ ਛੱਕ ਕੇ ਆਇਆ, ਅਗਲੇ ਦਿਨ ਇਹਨੇ ਕਾਕਰਾ ਲਾ ਇਹਦੇ ਬਹਾਨੇ ਜੋ ਮਰਜੀ ਹੁਣ ਤੁਹਾਨੂੰ ਅਸਲੀਅਤ ਦੱਸਦੇ ਆ ਵੀ ਆਪਦੇ ਆਪ ਨੂੰ ਤਿਆਰ ਕਰਨਾ ਬੇਅਦਬੀ ਕਰਨੀ ਅੱਛਾ ਕਰਦਾ। ਤੁਹਾਨੂੰ ਹੋਰ ਇੱਕ ਹੋਰ ਦੱਸੀਏ, ਇਹ ਕਿਸੇ ਨੇ ਪ੍ਰੇਰਿਆ ਇਹਨੂੰ ਕਿ ਆਪਣੇ ਮਨੋਂ? ਉਹੀ ਉਹ ਨਹੀਂ ਗੁਪਤਾ ਜੀ। ਅੱਛਾ ਵੱਡੀ ਗੱਲ ਤੁਹਾਨੂੰ ਹੋਰ ਇਨਫੋਰਮੇਸ਼ਨ, ਇਹਦੇ ਮਤਲਬ ਇਹ ਇੱਕ ਗੁਰਮਤਿ ਵਿਦਿਆਲय ਚ ਰਹਿ ਕੇ ਮਤਲਬ ਪਾਠ ਸਿੱਖ ਕੇ ਉਹ ਵੀ ਸੰਸਥਾ ਦਾ ਪ੍ਰੋਗਰਾਮ ਉਹ ਤੁਹਾਨੂੰ ਦੱਸਦੇ ਕਲੀਅਰ ਕਰ ਦਿੰਦੇ ਆ। 3-4 ਮਹੀਨੇ ਨਾ 3 ਮਹੀਨੇ ਮੈਂ ਤੁਹਾਨੂੰ ਦੱਸਦਾ 3 ਮਹੀਨੇ ਉੱਥੇ ਵੀ ਰਿਹਾ। ਮੈਂ ਤੁਹਾਨੂੰ ਦੱਸਦਾ ਜੀ, ਜਿੰਨੀਆਂ ਬੇਅਦਬੀਆਂ ਹੋਈਆਂ ਹੁਣ ਤੱਕ ਇੰਨਾ ਕੁ ਕਲੀਅਰ ਸਰਟੀਫਿਕੇਟ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿਤੇ? ਨਹੀਂ ਜੀ, ਅਸੀਂ ਵੇਖਣ ਵਾਲੇ ਨਹੀਂ, ਝੁਕਣ ਵਾਲੇ ਨਹੀਂ। ਅਸੀਂ ਪੰਥ ਦੇ ਆ, ਥੋੜੇ ਆ, ਤੁਹਾਨੂੰ ਸਾਰਾ ਕੁਝ ਦੱਸ ਰਹੇ ਆ। ਹਾਲਾਂਕਿ ਅਸੀਂ ਨਹੀਂ ਦੱਸਣਾ ਸੀ, ਕੁਝ ਗਲਤੀਆਂ ਕਰ ਦੇਣਾ ਤੁਸੀਂ ਸਿੰਘਾਂ ਨੇ। ਇਸ ਕਰਕੇ ਸਾਨੂੰ ਹੁਣ ਅਸੀਂ ਤਾਂ ਨਿਕਲੇ ਆ ਬਈ, ਸਾਰਾ ਕੁਝ ਦੱਸ ਕੇ ਜਾਵਾਂਗੇ। ਅਸੀਂ ਤੁਹਾਨੂੰ ਚੱਕੇ ਜਾਈਏ, ਸਾਨੂੰ ਕੋਈ ਨਹੀਂ। ਇਹ ਬੰਦੇ ਨੇ ਉੱਥੇ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਰਿਹਾ ਇਹ, ਠੀਕ ਆ, ਦੋਹਾਂ ਦੇ ਵਿੱਚ। ਤੇ ਉਹਨਾਂ ਦਾ ਇਹ ਕਹਿਣਾ ਵਾ ਵੀ ਜਿਹੜਾ ਵਿਹਾਰ ਸੀ ਇਹ ਕੱਟਣ ਡੇਰਾ ਪ੍ਰੇਮੀ ਸੀ, ਘੱਟ ਬੋਲਦਾ ਸੀ, ਘੱਟ ਸੁਣਦਾ ਸੀ। ਇਹਨੇ ਸਿਰਫ ਧਿਆਨ ਰੱਖਣਾ, ਧਿਆਨ ਕਾਹਦਾ, ਮਰਿਆਦਾ ਵੇਖਣੀ ਬੰਦੇ ਕੀ ਕਰਦੇ ਧੀਰਾ ਕਿਵੇਂ ਕਰਦੇ ਗੁਰੂ ਘਰਾਂ ਦੇ ਵਿੱਚ, ਠੀਕ ਆ। ਇਹ 9 ਵਜੇ ਇਹਨਾਂ ਨੂੰ ਪਤਾ ਲੱਗਾ ਇੱਥੇ ਜਿਹੜੀ ਘਟਨਾ ਵਾਪਰੀ ਆ। 9:18 ਤੇ ਇੱਥੋਂ ਦੀ ਪੁਲਿਸ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਹਰਪ੍ਰੀਤ ਕੌਰ ਫਰਾਰ ਆ, ਉਹ ਇਹਦੀ ਧਰਮ ਬਦਲੀ, ਠੀਕ ਹੈ ਜੀ। ਕਿੰਨੇ ਬੱਚੇ ਆ ਇਹਦੇ? ਆਹ ਮੋਹਰ ਲੱਗੀ ਸੀ ਜੀ ਥਾਣੇ ਦੀ, ਪੇਪਰ ਅਸੀਂ ਕੋਲੋਂ ਨਹੀਂ ਲੈ ਕੇ ਗਏ ਸੀ। ਅੱਛਾ ਇੱਕ ਤੁਹਾਨੂੰ ਹੋਰ, ਇਹਨੂੰ ਫੰਡਨ ਕਿੱਥੋਂ ਹੋਈ ਆ, ਇਹਦੀਆਂ ਉਹ ਜਿਹੜੀਆਂ ਮੇਰੀਆਂ ਸਟੇਟਮੈਂਟਾਂ ਬੈਠੀਆਂ ਤੁਸੀਂ ਕਰਵਾਉਣੀਆਂ ਹੈ 9 ਸਾਲ ਦਾ। ਇਹਦੀ ਆਪਦੀ ਉਮਰ 38 ਸਾਲ ਦੀ ਹੈ ਜੀ। ਬੈਂਕ ਸਟੇਟਮੈਂਟ ਕੋਈ ਬੰਦਾ ਕਿਸੇ ਦੀ ਕਢਾ ਨਹੀਂ ਸਕਦਾ। ਜੇ ਸਾਡਾ ਜ਼ੋਰ ਪਿਆ, ਸਾਡਾ ਉਹਨਾਂ ਨੇ ਅਸੀਂ ਕਢਵਾ ਕੇ ਲਈ ਆ। ਹਰੇਕ ਮਹੀਨੇ ਦੇ ਵਿੱਚ 70 ਤੋਂ 80,000 ਰੁਪਇਆ ਇਹਨੂੰ ਖਰਚਾ ਆਉਂਦਾ, ਚਾਹੇ ਇਹਦਾ ਪਰਿਵਾਰ ਭੇਜਦਾ ਚਾਹੇ ਇਹਨੂੰ ਕੋਈ ਭੇਜਦਾ। ਹਾਲਾਂਕਿ ਇਹਦਾ ਪਰਿਵਾਰ ਕੱਟੜ ਸਰਸੇ ਵਾਲੇ ਦੇ ਪ੍ਰੇਮੀ ਆ। ਤੁਸੀਂ ਇਹ ਕੱਲੀ ਸਟੇਟਮੈਂਟ ਇਹਦੀ ਚੈੱਕ ਕਰ ਸਕਦੇ ਆ। ਇਹਦਾ ਵਿਆਹ ਉਹ ਸਰਸੇ ਉੱਥੇ ਦੀ ਜਿਹੜੇ ਬਾਬੇ ਦੇ ਉਹਨੇ ਮਰਜ਼ਾਦਾ ਪੂਰਾ ਸਭ ਹੀ ਲਿਖੇ ਹੋਇਆ। ਮਤਲਬ ਇੱਥੋਂ ਪਤਾ ਲੱਗਦਾ ਵੀ ਜਿੰਨੀਆਂ ਗਰਮੀਆਂ ਹੋਈਆਂ ਉਹਨਾਂ ਦਾ ਸਾਰੀਆਂ ਦਾ ਕਨੈਕਸ਼ਨ ਆਜੀ ਬਣਾ ਕੇ ਸਭ ਤੋਂ ਸਾਹਿਬ ਨਾਲ ਜਾ ਰਿਹਾ ਪੰਥ ਨੂੰ ਬੜੇ ਇਸ ਕੰਮ ਦੇ ਕਰਨਾ ਚਾਹੀਦਾ, ਪੰਥ ਨੂੰ ਇਸ ਪਾਸੇ ਕਰਨਾ ਚਾਹੀਦਾ ਕਿ ਆਪਾਂ ਸਰਸੇ ਵਾਲੇ ਨਾਲ ਕਿਵੇਂ ਨਹੀਂ। ਹੁਣ ਕਹਿਣ ਦੀਆਂ ਗੱਲਾਂ ਆਪਸੀ ਲੜਾਈਆਂ ਨੂੰ ਕੱਟ ਕੇ ਸਾਡੇ ਕੋਲੇ ਹੁਣ ਪੈਨ ਨਹੀਂ ਹੈਗਾ। ਆ ਮੈਂ ਆਪਦਾ ਫੋਰਵਰਡ ਰੱਖਦਾ ਨਾ, ਕੋਈ ਸਮਝੇ ਨਾ, ਮੈਨੂੰ ਪਤਾ ਹੋਵੇ। ਆ ਜਿਹੜਾ ਇਹ ਦਰਬਾਰ ਸਾਹਿਬ ਬਣਾਇਆ ਹੋਇਆ ਸੱਚਖੰਡ ਸਾਹਿਬ, ਇਹਦੇ ਵਿੱਚ ਇੱਥੇ ਬੈਠਾ ਨਾਲ ਬੰਦਾ ਬੈਠਾ, ਮੈਂ ਲਿਖਿਆ ਇਸ਼ਾਰਾ ਕੀਤਾ ਗਿਆ। ਜਦੋਂ ਮੈਂ ਵੀਡੀਓ ਵੇਖੀ ਮੈਂ ਨੋਟ ਕਰ ਲਿਆ ਇਸ਼ਾਰਾ ਹੋ ਗਿਆ। ਉਹਨਾਂ ਨੂੰ ਕਿਹਾ ਬਾਈ ਜੀ ਆਹ ਬੰਦਾ ਸਾਨੂੰ ਚਾਹੀਦਾ। ਹੁਣ ਲਿਆਉਣਗੇ ਜਿੱਥੋਂ ਮਰਜ਼ੀ ਲਿਆਉਣ, ਸਾਨੂੰ ਕੀ, ਸਾਨੂੰ ਬੰਦਾ ਚਾਹੀਦਾ। ਇੱਕ ਬੰਦਾ ਇਹ ਚਾਹੀਦਾ, ਦੂਜਾ ਬੰਦਾ ਜਿਹੜਾ ਇਹਦੇ ਨਾਲ ਖੜਾ ਉਹ ਚਾਹੀਦਾ। ਬਾਬਾ ਜੀ ਸਵਾਲ ਸੀ ਸਰਸੇ ਵਾਲੇ ਨੂੰ ਮਾਫੀਨਾਮਾ ਕਿਹਨੇ ਦਿੱਤਾ ਸੀਗਾ? ਸਰਸੇ ਵਾਲੇ ਭਾਈ ਨੂੰ ਯਾਰ ਮੈਨੂੰ ਆਹ ਮਸਲਾ ਹੱਲ ਕਰਨਾ ਹੈ। ਭਾਈ ਪਹਿਲਾਂ ਮੁੱਦਾ ਦਾ ਗੱਲ ਸਰਸੇ ਵਾਲਾ ਮੈਨੂੰ ਪਤਾ ਹੀ ਸਾਰੇ ਅਸੀਂ ਉਸ ਕਮੇਟੀ ਚ ਸਾਨੂੰ ਇਸ ਕਮੇਟੀ ਚ ਲਾਇਆ। ਸਾਡਾ ਫਰਜ਼ ਹੈ ਸਾਨੂੰ ਸਪਸ਼ਟੀਕਰਨ ਦੇਣ ਦਾ, ਅਸੀਂ ਕਾਰਜ ਕੀ ਕੀਤੇ। ਤੁਹਾਡਾ ਕੋਈ ਇਸ ਕੇਸ ਸੰਬੰਧੀ ਕੋਈ ਸਵਾਲ ਆ ਤੇ ਸਾਨੂੰ ਤੁਸੀਂ ਕਰ ਸਕਦੇ ਹੋ। ਹਾਂਜੀ ਇਹ ਜਿਹੜੇ ਦੋ ਜਦੋਂ ਦਰਬਾਰ ਸਾਹਿਬ ਮਹਾਰਾਜ ਸਰੂਪ ਕਈ ਗੱਲਾਂ ਨਾ ਕਰਨਾ ਤੇ ਦੋ ਬੰਦੇ ਬੈਠੇ ਪੂਜਾ ਬੈਠੇ ਕਈ ਗੱਲਾਂ ਇਹਦੀਆਂ ਜਿਹੜੀਆਂ ਹਜੇ ਮੈਂ ਮਤਲਬ ਤੁਹਾਨੂੰ ਦੱਸਦਾ ਬੰਦੇ ਦੋ ਸੀ। ਕੋਈ ਨਹੀਂ, ਕੋਈ ਗੱਲ ਨਹੀਂ, ਤੁਹਾਨੂੰ ਦੱਸਦਾ ਉਹ ਦੋ ਬੰਦੇ
ਕੌਣ ਆਉ ਪੁਲਿਸ ਦੀ ਹਾਂਜੀ ਭਾਈ ਇਹ 17 ਤਰੀਕ 11ਵੇਂ ਮਹੀਨੇ ਦੀ 2019 ਨੂੰ ਉੱਥੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਗਿਆ 2019 ਦੇ ਵਿੱਚ ਹਰਪ੍ਰੀਤ ਕੌਰ ਇਹਦੇ ਘਰ ਵਾਲੀ ਨੇ ਪੂਰੀ ਜ਼ਿੰਮੇਵਾਰੀ ਤੇ ਸਤਨਾਮ ਸਿੰਘ ਚੰਦੜ ਪਿੰਡ ਦਾ ਜਿਹਦੇ ਕੋਲੇ ਗਿਆ ਉਹਦੇ ਥੱਲੇ ਪ੍ਰਗਟ ਸਿੰਘ ਕੰਮ ਕਰਦਾ ਉਹਦੇ ਥੱਲੇ ਬਿੱਲਾ ਤੇ ਕਰਦੇ 2 ਬੰਦੇ ਕੰਮ ਕਰਦੇ ਆ। ਅਸੀਂ ਇਹ ਚੀਜ਼ ਦਾ ਹੱਲ ਕਰਨ ਵਾਸਤੇ 2 ਸਾਲ ਪਹਿਲਾਂ ਕਿਹਦੇ ਕੋਲੇ ਨਸ਼ਾ ਛਡਾਊ ਕੇਂਦਰ ਕਰਨ ਗਏ ਇਹ ਵੀ ਬੰਦੇ ਚੱਕੇ ਹੋਏ ਆ ਬਾਈ ਜੀ ਹੁਣ ਮੂੰਹ ਤੇ ਆ ਅਸੀਂ ਉਹ ਬੰਦੇ ਚਾਹੇ ਉਹਨੇ ਪੁੱਛਿਆ ਅਰੈਸਟ ਕੀਤੇ ਹੋਏ ਆ ਵੀ ਸਾਨੂੰ ਬੰਦੇ ਚਾਹੀਦੇ ਆ। ਇਹ ਦਾ ਵਿਹਾਰ ਸੀ ਕਿਵੇਂ ਰਿਹਾ ਕੀ ਇਹ ਜੀ ਥਿੰਕਿੰਗ ਸੀ ਕਿ 2-4 ਸਫਰ ਇਸ ਕਰਕੇ ਦੇਖੋ ਮਸਲਾ ਹੈ ਨਾ ਗੰਭੀਰ ਉਹਨੂੰ ਇਹ ਵੀ ਕਰਦਾ ਵੀਰ ਜੀ ਇੱਕ ਮਿੰਟ ਬੰਦਾ ਪ੍ਰੀ ਪਲਾਨ ਬੰਦਾ ਬਹੁਤ ਸ਼ਾਤਰ ਆ ਇਹ ਵੇਖੋ ਸਾਰਿਆਂ ਨੂੰ ਪਤਾ ਉਹ ਇੱਥੋਂ ਤੱਕ ਆਉਂਦਾ ਹੈ ਵੀ ਮੈਂ ਐ ਕੀਤਾ ਜਦੋਂ ਉਹ ਤੇ ਇੱਥੋਂ ਸਵਾਲ ਕਰੀਦਾ ਵੀ ਇੱਥੋਂ ਅੱਗੇ ਕਿੱਧਰ ਸੂਈ ਜਾਂਦੀ ਆ ਉੱਥੇ ਜਾ ਕੇ ਉਹ ਚੁੱਪ ਕਰ ਜਾਂਦਾ ਟ੍ਰੇਨਿੰਗ ਸਾਡਾ ਕੀਤੀ ਇਹ ਹੋਈ ਸਵਾਲ ਹੈ ਸਾਡੇ ਮਨ ਦੇ ਵਿੱਚ ਇਹ ਸਵਾਲ ਆਇਆ ਸੀ ਇਹ ਬੰਦਾ ਇਕੱਲਾ ਇਹ ਕੰਮ ਨਹੀਂ ਕਰ ਸਕਦਾ ਜਦੋਂ ਸੀਸੀਟੀਵੀ ਕੈਮਰੇ ਵੇਖ ਕੇ ਸਾਰੇ ਇਕੱਲਾ ਸ਼ੋਅ ਆਇਆ ਸੀ ਫਿਰ ਮੁੜ ਕੇ ਹੋਰ ਸਵਾਲ ਪ੍ਰਸ਼ਾਸਨ ਨੂੰ ਇੱਕ ਸਵਾਲ ਹੈ ਹਾਂਜੀ ਜਿਹਨੂੰ ਤੁਸੀਂ ਕਹਿੰਦੇ ਇਸ਼ਾਰਾ ਕੀਤਾ ਜੀ ਬਾਈ ਤੁਹਾਨੂੰ ਜਵਾਬ ਦਿੰਨੇ ਇਹਦਾ ਉਹ ਐਸਜੀਪੀ ਦਾ ਮੁਲਾਜ਼ਮ ਸੀ ਨਹੀਂ ਗੱਲ ਸੁਣ ਲਓ ਨਾ ਗੱਲ ਸੁਣ ਲਓ ਅਸੀਂ ਪ੍ਰਸ਼ਾਸਨ ਨੂੰ ਕਿਹਾ ਜ਼ਰੂਰੀ ਨਹੀਂ ਬੰਦਾ ਇਹਦੇ ਨਾਲ ਹੀ ਆਇਆ ਹੋਵੇ ਬੰਦਾ ਬੱਸ ਨਹੀਂ ਵੀ ਆ ਸਕਦਾ 2 ਘੰਟੇ ਪਹਿਲਾਂ ਜਿਹੜੇ ਬੰਦੇ ਨੂੰ ਨੇ ਇਸ਼ਾਰਾ ਕੀਤਾ ਉਹ ਕੈਮਰੇ 'ਚ ਕਿਹਦਾ ਬੰਦਾ ਕੌਣ ਆ ਪਰ ਐ ਨਹੀਂ ਦਾ ਹੈ ਕੌਣ ਅਸੀਂ ਉਹਨਾਂ ਨੂੰ ਦੱਸਤਾ ਵੀ ਆਹ ਬੰਦਾ ਚਾਹੀਦਾ ਉਹ ਬੰਦਾ ਉੱਥੋਂ ਉੱਠ ਕੇ ਕਿੱਥੇ ਗਿਆ ਹੁਣ ਕਿੱਥੇ ਉਹ ਪਤਾ ਲੱਗ ਕੱਲ ਨੂੰ ਫਿਰ ਲੱਗ ਜਾਵੇ ਕੱਲ ਨੂੰ ਪਤਾ ਲੱਗ ਜੂਗਾ ਤੇ ਬਾਕੀ ਇਹਦਾ ਡੈਡੀ 2020 ਦੇ ਵਿੱਚ ਇੰਡੀਆ ਆਉਂਦਾ ਮਾਰਚ ਦੀ ਗੱਲ ਆ ਜਿਹੜੇ ਮਾਰਚ 'ਚ ਨੰਬਰ ਇੱਧਰ ਆਏ ਆ ਉਹਦੇ ਵਿੱਚ 3 ਬੰਦਿਆਂ ਦੇ ਨੰਬਰ ਅਸੀਂ ਕੱਢੇ ਆ ਸਿੰਗਲਾ ਪ੍ਰੇਮੀ ਕਮਲ ਪ੍ਰੇਮੀ ਪੂਰਨ ਪ੍ਰੇਮੀ ਉਹਨਾਂ ਦੇ ਫੋਨ ਨੰਬਰ ਨਹੀਂ ਸੀ ਦੇ ਸਕਦੇ ਮੇਨ ਸਵਾਲ ਸਾਡੇ ਕੱਲ ਦੇ ਇਹ ਸੀ ਸੀਸੀਟੀਵੀ ਵੀਡੀਓ ਚਾਹੀਦੀਆਂ ਉਹ ਸਾਨੂੰ ਮਿਲ ਗਈਆਂ ਜੀ ਅਸੀਂ ਵੈਰੀਫਾਈ ਕੀਤੀਆਂ ਸਾਨੂੰ ਇਹਨਾਂ ਦੇ ਬੰਦੇ ਚਾਹੀਦੇ ਸੀ ਮੇਨ ਜਿੱਥੇ ਰਿਹਾ ਕਿੰਨਾ ਨੂੰ ਮਿਲਦਾ ਰਿਹਾ ਉਹ ਸਾਡੇ ਸਾਹਮਣੇ ਇੱਥੋਂ ਤੱਕ ਕਿ ਕੀ ਇਹਨਾਂ ਦੇ ਨਾਨਕੇ ਵੀ ਚੱਕ ਲਏ ਮਾਮਾ ਵੀ ਦਾ ਹੈ ਠੀਕ ਹੈ ਜੀ ਹਾਂ ਘਰ ਵਾਲੀ ਉਹ ਕੱਲ ਨੂੰ ਆ ਜੂ ਕੋਸ਼ਿਸ਼ ਆ ਵੀ ਕੱਲ ਨੂੰ ਮਿਲ ਜੂ ਲਾਸਟ ਕਾਲ ਇਹਦੀ ਹੋਈ ਆ 9:29 ਤੇ ਨਿਰਮਲ ਨਗਰ ਲੁਧਿਆਣੇ ਦੇ ਵਿੱਚ ਇਹਨੇ ਘਰ ਵਾਲੀ ਨੂੰ ਕੀਤੀ ਹੋਈ ਆ ਨਿਰਮਲ ਨਗਰ ਨੇੜੇ ਹੀ ਆ ਬੈਕ ਸਾਈਡ ਤੇ ਇਹਨਾਂ ਦੇ ਆ ਬੈਕ ਸਾਈਡ ਤੇ ਚਲੋ ਕੋਈ ਨਾ ਉਹ ਇੱਕ ਵੱਖਰੀ ਛੋਟੀ ਗੱਲ ਹੈਗੀ ਆ ਪਤਨੀ ਦੀ ਜਿਹੜੀ ਵਾਈਫ ਆ ਉਹਦੀ PhD ਕੀਤੀ ਹੋਈ ਆ ਠੀਕ ਹੈ ਜੀ ਉਹ ਬਰਾਤ ਅੰਦ ਪੜਿਆ ਹੋਇਆ ਉਹ ਬਠਿੰਡੇ ਦੀ ਰਹਿਣ ਵਾਲੀ ਆ ਆਦਰਸ਼ ਨਗਰ ਬਠਿੰਡਾ ਪਤਨੀ ਪੱਕੇ ਸਰਸੇ ਵਾਲੇ ਕੀ ਦਾ ਉਹ ਪਤਨੀ ਦਾ ਨਾਂ ਹਰਪ੍ਰੀਤ ਕੌਰ ਆ ਪਿਓ ਦਾ ਨਾਂ ਹਰਨੇਕ ਸਿੰਘ ਆ ਮਾਤਾ ਦਾ ਨਾਂ ਸੁਖਵਿੰਦਰ ਕੌਰ ਆ ਵਾਸੀ ਬਠਿੰਡਾ ਆਦਰਸ਼ ਨਗਰ ਪੱਕੇ ਸਰਸੇ ਵਾਲੇ ਇਹਦੀ ਇੱਕ ਭੈਣ ਆ ਕੁਲਦੀਪ ਕੌਰ ਵਿਆਹੀ ਹੋਈ ਆ ਮਨਪ੍ਰੀਤ ਸਿੰਘ ਨੂੰ ਵਾਸੀ ਧੂਰ ਕੋਟਰਨ ਸੀ ਪ੍ਰਾਈਵੇਟ ਮਾਸਟਰ ਆ ਇਹ ਮੈਂ ਜਾਣਕਾਰੀ ਤੁਹਾਨੂੰ ਦੇਣੀ ਸੀ ਨਾਨਕੇ ਛੋਟੇ ਭੁੱਲ ਗਏ ਇਹਦੇ ਉਹ ਹੁਣ ਲੁਧਿਆਣੇ ਹੀ ਰਹਿੰਦੇ ਆ ਠੀਕ ਹੈ ਜੀ ਬਾਕੀ ਉਹਨਾਂ ਦੇ ਨਾਮ ਨੂੰ ਸਾਰਾ ਕੁਝ ਤੇ ਇਹ ਅਸੀਂ ਪਹਿਲਾਂ ਹੀ ਕਲੀਅਰ ਕਰ ਲਿਆ ਸੀ ਸਾਡੇ ਕੋਲ ਇਹਨਾਂ ਦੇ ਬਾਹਰਲੇ ਨੰਬਰ ਅਮਰੀਕਾ ਦੇ ਇੱਧਰਲੇ ਸਾਰਾ ਕੁਝ ਇਹ ਜ਼ੁਬਾਨੀ ਮੁਜਰਮ ਦੀ ਆ ਅਸੀਂ ਨਹੀਂ ਉਹਨੂੰ ਧੱਕੇ ਨਾ ਕਿਹਾ ਤੇ ਆ ਉੱਤੇ ਅੰਡਰਲਾਈਨ ਮੇਨ ਗੱਲ ਲਿਖੀ ਹੋਈ ਆ ਵੀ ਸਾਰੇ ਕੇਸ ਨੂੰ 2 ਦਿਨ ਪਹਿਲਾਂ ਹੀ ਸੋਚਦਾ ਸੀ ਮੈਂ ਕਰਨਾ ਹੀ ਕਰਨਾ ਪਰ ਸੋਚਿਆ ਕਿ ਅਸੀਂ ਇਹ ਨਹੀਂ ਦੱਸਦਾ ਸਾਡੇ 84 ਤੋਂ ਬਾਅਦ ਖਾੜਕੂ ਲਹਿਰ ਚੱਲੀ ਆ ਖਾੜਕੂਆਂ ਦੇ ਵਿੱਚ ਇਹ ਗੱਲ ਦੱਸੀ ਜਾਂਦੀ ਸੀ ਵੀ ਵੱਡੇ ਤਾਂ ਜਾਇਓ ਪਰ ਬੰਦੇ ਦਾ ਨਹੀਂ ਦੱਸਣਾ ਉਹ ਦੁਸ਼ਮਣ ਦੇ ਵਿੱਚ ਵੀ ਬਿਮਾਰੀ ਹੋ ਸਕਦੀ ਆ ਵੀ ਮਾਰਿਆ ਤਾਂ ਜਾਈ ਵੱਢਿਆ ਜਾਈ ਕਰੰਟ ਵਾਲਾ ਕਰ ਦੇਣਗੇ ਵੀ ਉਸੇ ਪਰ ਦੱਸਣਾ ਨਹੀਂ ਉਹ ਬੰਦਾ ਮੂੰਹ ਨਹੀਂ ਖੋਲਦਾ ਤੇ ਯਾਰ ਕੀ ਕਰਾਂਗੇ ਤੁਹਾਨੂੰ ਇੰਨਾ ਕੁਝ ਦੱਸਦਾ ਹੁਣ ਮੇਨ ਗੱਲ ਅੱਜ ਦੇ ਸਣੇ 2 ਦਿਨ ਮਿਲੇ ਸੀ ਸਾਨੂੰ ਸੰਗਤ ਦਾ ਧੰਨਵਾਦ ਆ ਉਹਨਾਂ ਨੇ ਕਮੇਟੀ 'ਚ ਪਾਤਾ ਤੁਸੀਂ ਦੱਸੋ ਕਿਸੇ ਵੱਲੋਂ ਕੋਈ ਘਾਟ ਰਹੀ ਆ ਠੀਕ ਆ ਫਿਲਹਾਲ ਹੁਣ ਤੱਕ ਠੀਕ ਆ ਜ਼ਿੰਮੇਵਾਰੀ ਬਣਦੀ ਆ ਜ਼ਿੰਮੇਵਾਰੀ ਕੀ ਬਣਦੀ ਆ ਬੰਦਾ ਸਾਹਮਣੇ ਲਿਆਓ ਬਾਈ ਜੀ ਹੁਣੇ ਗੱਲ ਲਾ ਦਿੰਦੇ ਆ 1 ਮਿੰਟ ਨਹੀਂ ਲਾਉਂਦੇ ਹੁਣੇ ਤੋਂ ਲਾ ਦਾਂਗੇ ਪਰ ਬੰਦਾ ਪੁਲਿਸ ਕਸਟਡੀ 'ਚ ਇੰਨਾ ਕੁਝ ਵੀ ਸਾਨੂੰ ਪੁੱਛਣ ਦੇਤਾ ਅਸੀਂ ਤਾਂ ਇਹ ਵੀ ਅਸੀਂ ਜੜ ਤੱਕ ਜਾਣਾ ਜੜ ਤੱਕ ਅਸੀਂ ਬਹੁਤ ਦੂਰ ਤੱਕ ਉੱਠ ਵੀ ਗਏ ਆ ਪਰ ਹਜੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਹੀ ਜਾ ਰਹੇ ਹੋ ਜੀ ਦੁਪਹਿਰੇ ਤੁਹਾਡੇ ਨਾਲ ਗੱਲ ਹੋਈ ਸੀ ਸਿੰਘੋ 2 ਜਵਾਨਾਂ ਹੋਈਆਂ ਪੁਲਿਸ ਪ੍ਰਸ਼ਾਸਨ ਨੇ ਜਵਾਨ ਦਿੱਤੀ ਆ ਅਮਰਤਪਾਲ ਸਿਆ ਜੋ ਕਹੇਗਾ ਕਰੀ ਜਾਵਾਂਗੇ ਤੇਰੇ ਕਹਿਣ ਤੇ ਜਿਹਨੂੰ ਕਹੇਗਾ ਚੱਕ ਦਾਂਗੇ ਤੇਰੇ ਬੰਦੇ ਹੱਲਾ ਗੁੱਲਾ ਤਾਂ ਨਹੀਂ ਕਰਦੇ ਮੈਂ ਕਹੀ ਜਵਾਨ ਆ ਸਿੰਘ ਦੀ ਨਹੀਂ ਕਰਦੇ
ਜੇ ਕਰਤਾ ਆਪਾਂ ਨੂੰ ਬਾਹਰ ਆਪਾਂ ਘਰੇ ਉੱਠ ਜਾਾਂਗੇ। ਪਰ ਮੈਨੂੰ ਵੀ ਜਵਾਨ ਦਿਓ ਵੀ ਸਾਡੇ ਸਿੰਘ ਤੁਹਾਡੇ ਨਾਲ ਰਹਿਣਗੇ ਵੀ ਸਾਨੂੰ ਇਹ ਚੀਜ਼ ਦਾ ਇਨਸਾਫ ਮਿਲੂਗਾ। ਕਹਿੰਦੇ ਹਾਂ ਉਹ ਯਾਰੋ ਅਸੀਂ ਬੰਦਾ ਸਾਹਮਣੇ ਪਾ ਕੇ ਪੁੱਛ ਗਿੱਛ ਕਰੀ ਜਾਂਦੇ, ਤੁਸੀਂ ਇੱਥੇ ਭਈਆਂ ਦੇ ਸਿਰ ਪਾੜਤੇ। ਅਸੀਂ ਮੰਨਦੇ ਉਹਨਾਂ ਨੇ ਬੇਅਦਬੀ ਕੀਤੀ ਆ, ਮੰਨਦੇ ਆ। 8 ਵਜੇ ਦਾ ਟਾਈਮ ਸੀ ਬਾਈ ਜੀ, ਠੀਕ ਲੈਂਦੇ। ਅਸੀਂ ਮਰ ਤਾਂ ਨਹੀਂ ਗਏ ਸੀ, ਸਾਡਾ ਮੁਕਾਬਲਾ ਤਾਂ ਨਹੀਂ ਹੋ ਗਿਆ। ਸਾਡੇ ਬੰਦਾ ਸਾਹਮਣੇ ਬੈਠਾ ਤੇ ਸਾਨੂੰ ਉੱਥੇ ਹੀ ਐਸਐਸਪੀ ਸਾਹਿਬ ਨੇ ਕਹਿਤਾ ਆਹ ਵੇਖ ਕਹਿੰਦਾ ਨਹੀਂ ਨਾ ਉਹ ਦੇਖੋ ਉੱਥੇ ਤਾਂ ਮਾਮਾ ਪਾਇਆ ਸੀ, ਉੱਥੇ ਜਿਹੜੇ ਉਹ ਬੰਦੇ ਆ ਸਾਰੇ ਭਾਈ ਸੀ, ਉਹਨਾਂ ਦਾ ਸਵਾਲ ਜਵਾਬ ਹੋ ਰਿਹਾ ਸੀ। ਜਦੋਂ ਇੱਥੇ ਗਏ ਉਹ ਕਹਿੰਦੇ ਚਲੋ ਚੱਲੀਏ ਜੀ। ਵਾਹਿਗੁਰੂ ਮੇਰੀ ਗੱਲ ਸੁਣੋ, ਤੁਹਾਡੀ ਗੱਲ ਕਰਨੀ ਇੱਥੇ ਬੇਨਤੀ ਹੈ, ਤੁਸੀਂ ਆਪਣੀ ਜਗ੍ਹਾ ਸਹੀ ਹੋ, ਪਾਸੇ ਵੀ ਵਧੀਆ ਕੰਮ ਕਰਦੇ ਹੋ, ਪਹਿਲਾਂ ਵੀ ਕਾਰਜ ਕੀਤੇ ਨੇ, ਠੀਕ ਹੈ ਨਾ। ਜਿਹੜੀ ਆਹ ਕੀਤੀ ਆ ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਵੀ ਸਾਡੇ ਵਿੱਚੋਂ ਵੀ ਕੋਈ ਸ਼ਰਾਰਤ ਕਰ ਗਿਆ। ਕਹਿਣ ਦਾ ਮਤਲਬ ਇਹ ਹੈ ਵੀ ਹੋ ਸਕਦਾ ਭੇਖੀ ਬਹੁਤ ਤੁਰੇ ਫਿਰਦੇ ਨੇ, ਕਿਹੜਾ ਕਿੱਧਰ ਰਲਿਆ ਹੋਇਆ ਕੁਝ ਨਹੀਂ ਕਹਿ ਸਕਦੇ ਆਪਾਂ। ਤੁਹਾਡੀ ਮੂਵਮੈਂਟ ਸਹੀ ਚੱਲ ਰਹੀ ਆ, ਪ੍ਰਸ਼ਾਸਨ ਤੁਹਾਡੀ ਮੂਵਮੈਂਟ ਸਹੀ ਚੱਲ ਰਹੀ ਆ। ਜਿਹੜੇ ਤੁਸੀਂ ਕੱਲ ਪਰਸੋਂ ਬਿਆਨ ਦਿੱਤੇ, ਮੇਰੀ ਬੇਨਤੀ ਸੁਣ ਲਓ ਪਹਿਲਾਂ, ਉਹ ਇੱਥੇ ਵੀ ਸੀਆਈਡੀ ਫਿਰਦੀ ਹੋਣੀ, ਸਾਰੇ ਫਿਰਦੇ ਆ, ਕੱਲੀ ਤੁਹਾਡੇ ਪੁਆਇੰਟ ਨੋਟ ਕਰਦੇ ਆ ਵੀ ਤੁਸੀਂ ਸਹੀ ਦਿਸ਼ਾ ਵਿੱਚ ਕਰ ਰਹੇ ਹੋ। ਕਈ ਵਾਰੀ ਸਾਹਮਣੇ ਨਹੀਂ ਚਾਹੁੰਦਾ ਵੀ ਤੁਸੀਂ ਸਹੀ ਦਿਸ਼ਾ ਵਿੱਚ ਭੜਕਾਉਣ ਤੇ ਮਾਰ ਕੇ, ਇਹ ਵੀ ਚੀਜ਼ ਹੋ ਸਕਦੀ ਹੈ। ਆਪਾਂ ਇਸ ਚੀਜ਼ ਨੂੰ ਵੀ ਦੇਖੀ ਨੋਟ ਕਰੀਏ, ਤੁਹਾਨੂੰ ਇਸ ਮਾਰਗ ਤੋਂ ਅਲੱਗ ਕਰਨ ਵਾਸਤੇ ਵੀ ਚਾਲ ਹੋ ਸਕਦੀ ਹੈ ਵੀ ਯਾਰ ਪਾਸੇ ਇੱਕ ਮਿੰਟ ਮੈਂ ਤੁਹਾਨੂੰ ਇੱਕ ਭਾਈ ਇਹ ਹੁਣ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਸਾਰਿਆਂ ਦੀ। ਬਿਲਕੁਲ ਜੇ ਕੋਈ ਮਤਲਬ ਵੱਧ ਘੱਟ ਕਰਦਾ ਤੇ ਉਹਨੂੰ ਆਪ ਰੋਕੋ ਬਈ ਇਹ ਕੰਮ ਕਰਨਾ। ਦੇਖੋ ਜਦੋਂ ਵਾਹਿਗੁਰੂ ਜੀ ਅਸੀਂ ਆਏ ਨਾ, ਜਦੋਂ ਅਸੀਂ ਆਏ ਆ ਉਦੋਂ ਪਹਿਲਾਂ ਹੋ ਚੁੱਕਿਆ ਸੀ ਕੰਮ, ਅਸੀਂ ਮਾਰੇ ਜ਼ਰੂਰੀ ਸੀਗਾ। ਆ ਕੇ ਪਤਾ ਲੱਗਿਆ ਸਾਡਾ ਕਹਿਣ ਦਾ ਮਤਲਬ ਸੀ ਇੱਕ ਸਿੰਘ ਨੂੰ ਹੁਣ ਮੈਂ ਹੋਤੇ ਆਉਣ ਤੋਂ ਪਹਿਲਾਂ ਮੇਰੀ ਸਮਾਂ ਥੋੜਾ ਸੁਣ ਲਓ, ਬੇਨਤੀ ਸੁਣ ਲਓ। ਮੈਂ ਤੁਹਾਡੇ ਬਾਅਦ ਚ ਬੋਲਿਓ। ਜਿਹੜਾ ਮੂਵਮੈਂਟ ਹੁੰਦੀ ਆ ਤੁਸੀਂ ਮੈਨੂੰ ਮੂਹਰੇ ਲਾ ਤਾਂ ਸਕਦੇ। ਬਿਲਕੁਲ ਅੱਜ ਤੱਕ ਜਿੰਨੀਆਂ ਬੇਅਦਬੀਆਂ ਹੋਈਆਂ, ਕਮੇਟੀਆਂ ਬਣੀਆਂ, ਕਿਸੇ ਕਮੇਟੀ ਨੇ ਇੰਨੀ ਇਨਫੋਰਮੇਸ਼ਨ ਨਹੀਂ ਸੰਗਤ ਨੂੰ ਦਿੱਤੀ। ਬਿਲਕੁਲ ਦੂਜੀ ਗੱਲ, ਜੇ ਇੱਥੇ ਐਸਐਚਓ ਜਾਂ ਕੋਈ ਹੋਰ ਬੰਦੇ ਦੇ ਸੱਟ ਫੇਟ ਵੱਜਦੀ ਆ ਤੇ ਪ੍ਰਸ਼ਾਸਨ ਆ ਜਿਹੜਾ ਤਾਂ ਗਵਰਨਮੈਂਟ ਐਸਐਸਪੀ ਸਾਹਿਬ ਮੁਖੀ ਆ ਜ਼ਿਲ੍ਹੇ ਦੇ, ਉਹਨਾਂ ਨੂੰ ਕਹਿਣਾ ਵੀ ਆਹ ਕੀ ਹੋ ਗਿਆ। ਲਾਈਨ ਹਾਜ਼ਰ ਕਰਕੇ ਝੜਕਾ ਦਿੰਦੇ ਆ। ਬਾਈ ਜੀ ਮੈਨੂੰ ਉੱਥੇ ਝੜਕਾ ਮਾਰੀਆਂ ਗਈਆਂ, ਤੇਰੇ ਬੰਦੇ ਦੀ ਡੀਐਸਪੀ ਦੇ ਮੂੰਹ ਤੇ ਸੱਟ ਵੱਜੀ ਆ, ਉਹਦੇ ਬਲੱਡ ਨਿਕਲਦਾ। ਮੈਨੂੰ ਕਹਿੰਦਾ ਆਏ ਪੂੰਝ ਕੇ ਵੇਖੋ ਅਮਰਤਪਾਲ ਸਿੰਘ ਆਹ ਕੀ ਆ, ਕੀ ਹੋ ਗਿਆ ਇਹ? ਤੈਨੂੰ ਕਿਹਾ ਸੀ ਨਾ। ਮੈਂ ਕਿਹਾ ਜੀ ਤੁਹਾਨੂੰ ਜਵਾਨ ਦਿੱਤੀ ਸੀ, ਆਪਾਂ ਠੀਕ ਆ, ਆਪਾਂ ਨੂੰ ਜੋ ਕੁਛ ਮਿਲ ਗਿਆ। ਮੈਨੂੰ ਪਤਾ ਲੱਗ ਗਿਆ ਬੇਅਦਬੀ ਕਰਾਈ ਕਿਹਨੇ ਆ, ਕਿੱਥੋਂ ਚੱਲਿਆ। ਆਪਾਂ ਉਹਨਾਂ ਨੂੰ ਬਾਈ ਜੀ ਫਤਿਹ ਬੁਲਾਤੀ ਆ। ਆਪਾਂ ਨੂੰ ਗਾਂ ਤੋਂ ਕਿਸੇ ਕੇਸ 'ਚ ਮੂਹਰੇ ਲਾਉਣਾ ਹੋਇਆ ਤੇ ਮੰਨਣ ਨਹੀਂ ਭਾਜੀ ਅਮਰਦਾਸ ਸਿੰਘ ਜੀ ਇਦਾਂ ਨਹੀਂ ਤੁਹਾਨੂੰ ਜਾਣਦੇ। ਮੇਰੀ ਬੇਨਤੀ ਸੁਣ ਲਓ ਜ਼ਿੰਮੇਵਾਰੀ ਚੱਕੋ ਨਾ। ਨਹੀਂ ਜ਼ਿੰਮੇਵਾਰੀ ਤਾਂ ਦੇਖੋ ਜਿੰਨੇ ਸਵਾਲ ਚੱਲਦੇ ਨਾਲ ਖੜਿਆ ਜਾਂਦੇ, ਕਿਸੇ ਨੇ ਖੜਾ ਮੇਰੀ ਗੱਲ ਸੁਣੋ, ਕਿਸੇ ਨੇ ਇਦਾਂ ਦੀ ਹਰਕਤ ਕਰਤੀ, ਕੋਈ ਵੀ ਹਰਕਤ ਕਰਤੀ, ਕਿਸੇ ਵੀ ਤਰੀਕੇ ਨਾਲ ਕਰਤੀ, ਅਸੀਂ ਸਿੰਘ ਦੇ ਨਾਲ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਸਿੰਘਾਂ ਦੇ ਵਿਚਾਰ ਵੀ ਤੁਹਾਡੇ ਨਾਲ ਦੇ ਸਿੰਘਾਂ ਦੇ ਵੀ ਸਬਰ ਕਰ ਲੈਂਦੇ, ਆਪਾਂ ਉਹਨਾਂ ਨੂੰ ਫੜ ਲਿਆ ਸੀਗਾ, ਤੰਬਾਕੂ ਨੂੰ ਰੋਕ ਲੈਂਦੇ, ਬਿਠਾ ਲੈਂਦੇ, ਠੀਕ ਹੈ ਨਾ, ਬਹੁਤ ਕੁਝ ਹੋ ਸਕਦਾ ਸੀਗਾ। ਪਰ ਕੀ ਪਤਾ ਕਿਹੜੇ ਮਨੋਰਥ ਨਾਲ ਸਾਹਮਣੇ ਆਇਆ, ਕੀ ਮਨੋਰਥ ਸਾਹਿਬ ਦਾ ਕੀ ਕਰਨਾ, ਉਹਨੇ ਖਰਾਬ ਹੀ ਕਰਨਾ ਮਾਹੌਲ ਨੂੰ, ਇਹ ਚੀਜ਼ ਹੋ ਸਕਦੀ ਹੈ। ਹੁਣ ਜਿੱਥੇ ਤੁਸੀਂ ਅੱਜ ਖੜੇ ਹੋ ਇੱਥੇ ਵੀ ਆਪਾਂ ਵਿਚਾਰ ਕਰ ਸਕਦੇ ਹਾਂ, ਕੋਈ ਐਸਾ ਵੀ ਹਜੇ ਡੁੱਲੇ ਮੇਰਾ ਕੋਈ ਨਹੀਂ ਵਿਗੜਿਆ। ਮੈਂ ਇੱਥੇ ਦੀ ਮੌਕੇ ਤੇ ਜਦੋਂ ਹੋਈ ਹੈ ਪਤਾ ਵੀਡੀਓ ਮੈਨੂੰ ਪਤਾ ਲੱਗਿਆ ਵੀਡੀਓ ਬਣਾਈ ਹੈ ਬਾਬਾ ਜੀ, ਤੇ ਉਹਨੇ ਜਦੋਂ ਛਡਾਉਂਦੇ ਵੀ ਸੀਗੇ ਨਾ ਤੇ ਉੱਪਰ ਦੀ ਜਿਹੜੇ ਬੰਦੇ ਭਾਜੀ ਦੂਜੇ ਆਏ ਜਿਹੜੇ ਹੁਣ ਚੱਲ ਗਏ ਸਿਵਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਸੀ, ਉਹਨਾਂ ਦੇ ਸੱਟ ਵੱਜ ਗਈ ਆ। ਵੱਜੀ ਆ ਬਾਬਾ ਜੀ, ਵੱਜੀ ਆ ਨਾ। ਤੇਰੇ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ, ਇਹ ਗੱਲ ਕਲੀਅਰ ਕਰਨੀ ਸੀ ਤੁਹਾਨੂੰ ਵੀ ਜਿਹੜੀ ਇਹ ਬੇਅਦਬੀ ਮਸਲੇ ਹੈਗੇ ਆ, ਸੱਟ ਵੱਜੀ ਆ ਉਹਦੇ, ਅਸੀਂ ਭੱਜਣ ਵਾਲੇ ਬੰਦੇ ਨਹੀਂ। ਤੁਸੀਂ ਇਹ ਦੇਖੋ, ਮੈਂ ਆਹ ਸਟੇਜ ਤੋਂ ਉਤਰ ਕੇ ਸੰਗਤ 'ਚ ਖੜ ਜਾਣਾ, ਪੂਰਾ ਭਰੋਸਾ ਨਹੀਂ ਭਰੋਸਾ ਜੀ, ਮੈਂ ਤੁਹਾਡੇ ਸੰਗਤ ਦੇ ਵਿੱਚ ਖੜ ਜਾਣਾ। ਸਾਡੇ ਕੋਲੇ ਹੱਲ ਕੀ ਆ? ਅਸੀਂ ਸਿਰਫ ਸੜਕ ਜਾਮ ਹੀ ਕਰ ਸਕਦੇ ਹਾਂ, ਅਸੀਂ ਰੋਡ ਜਾਮ ਕਰ ਦਿਆਂਗੇ। ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਕੱਢ ਕੇ ਲਿਆ ਕੇ ਦੇਤੀ, ਤੁਹਾਨੂੰ ਕਿਹਨੇ ਦੱਸਣੀ? ਬਿਲਕੁਲ ਭਾਈ ਦੇਖੋ, ਰੋਡ ਜਾਮ ਕਰਨਾ ਇਹ ਸਾਡੇ ਇਤਿਹਾਸ 'ਚ ਨਹੀਂ ਹੈਗਾ। ਸਾਡਾ ਇਤਿਹਾਸ ਪੜ੍ਹ ਲਓ, ਕੋਈ ਰੋਡ ਜਾਮ ਨਹੀਂ, ਕੋਈ ਧਰਨਾ ਸਾਡੇ ਕੰਮਾਂ 'ਚ ਨਹੀਂ ਹੈਗਾ, ਉਹਦੇ ਨਾਲ ਹਾਸਲ ਕੁਝ ਨਹੀਂ। ਆਪਾਂ ਤਾਂ ਦੇਖੋ ਰੋਡ ਜਾਮ ਇਸ ਕਰਕੇ ਕਰਨਾ ਵੀ ਉਹਦੇ ਪਰਚਾ ਹੋਵੇ ਜਾਂ ਸਾਨੂੰ ਉਹ ਕਹਿੰਦੇ ਧਾਰਾ ਬਾਰੇ ਚੱਲ ਰਿਹਾ, ਧਾਰਾਵਾਂ ਬਾਰੇ ਵੀ ਸਾਡਾ ਉਹ ਡਿਸਕਸ ਚੱਲ ਰਹੀ ਆ। ਉੱਥੇ ਕਿੰਨੀਆਂ ਧਾਰਾ, ਹੁਣ ਚਲੋ ਇਹ ਨਹੀਂ ਤੁਹਾਨੂੰ ਬਸ ਧਾਰਾ ਵੀ ਉੱਥੇ ਵੱਧ ਤੋਂ ਵੱਧ ਜਿੰਨੀਆਂ ਲੱਗ ਜਾਣ ਉਹ ਵੀ ਸਾਡੀ ਚੱਲ ਰਹੀ ਆ। ਨਹੀਂ ਜਿਹੜੇ ਵਾਹਿਗੁਰੂ ਜੀ ਉਹਦਾ ਇੱਕ ਪਿਆਦਾ ਵਾ, ਜਿਹੜੀ ਮਾਰਗ ਤੇ ਚੱਲਿਆ ਸੀ ਅਮਰਤਪਾਲ ਸਿੰਘ, ਉਹ ਮਾਰਗ ਅਸਲੀ ਸੀਗਾ ਵੀ ਜੜ ਤੱਕ ਜਾਣ ਦੀ ਗੱਲ ਦਾ ਖੇਡ ਉੱਥੇ ਸੀ। ਇੱਥੇ ਬੰਦੇ ਆ ਉਹਦਾ ਪਤਾ ਲੱਗੇ, ਤੁਹਾਨੂੰ ਪਤਾ ਦੇਖੋ ਇਹ ਕਲੀਅਰ ਕੋਈ ਤੋੜ ਨਹੀਂ। ਉਹ ਸਸਤੇ ਵਾਲੇ ਦਾ ਇੱਕ ਜਿਹੜਾ 7 ਮੈਂਬਰੀ ਕਮੇਟੀ ਦਾ ਉਹਦਾ ਮੈਂਬਰ ਦਾ ਮੁੰਡਾ ਹੈ, ਨਹੀਂ ਉਹਦਾ ਕੋਈ ਮੁੰਡਾ ਦੇਖੋ ਕਦੋਂ ਤੋਂ ਉਹਦਾ ਪਿਓ ਉੱਥੇ ਨਾਲ ਜੁੜਿਆ,
ਉਹਦਾ ਵਿਸ਼ਵਾਸ ਤੋਂ ਇਹ ਗੱਲ ਕਲੀਅਰ। ਬਾਬਾ ਜੀ ਦੁਸ਼ਮਣ ਵੀਰਾ ਉਹ ਦੁਸ਼ਮਣ ਰਣਨੀਤੀ ਘੜੂਗਾ ਜੀ, ਸਿੱਧੀ ਗੱਲ ਠੀਕ ਹੈ ਨਾ। ਆਪਾਂ ਨੂੰ ਰਣਨੀਤੀ ਪਹਿਲਾਂ ਘੜਨੀ ਪੈਣੀ ਤੇ ਤੱਕ ਕੋਈ ਵੀ ਤੁਸੀਂ ਰੋਸ ਸਾਡੇ ਮਨ 'ਚ ਤੇ ਤੁਹਾਡੇ ਮਨ 'ਚ ਆਪਾਂ ਇੱਥੇ ਬਹਿ ਸਕਦੇ ਹਾਂ, ਸਤਿਨਾਮ ਦਾ ਜਾਪ ਕਰ ਸਕਦੇ ਹਾਂ, ਸੋ ਕੇ ਕੀਰਤਨ ਹੋ ਰਿਹਾ ਉੱਥੇ ਵਿਹੜੇ ਜਾ ਕੇ ਬਹਿ ਸਕਦੇ ਹਾਂ, ਕੀਰਤਨ ਸੁਣਦੇ ਦੇਖੋ ਜੀ ਮੇਰੀ ਨਿੱਜੀ ਰਾਏ ਹੋ ਸਕਦੀ ਆ, ਜਦ ਸਿੰਘ ਨੇ 4 ਦਿਨ ਦਾ ਟਾਈਮ ਕਹਿਤਾ ਫਿਰ ਤਾਂ ਬਾਹਲਾ ਇਕੱਤਰਤਾ ਦੀ ਲੋੜ ਵੀ ਨਹੀਂ, ਸਿੱਧੀ ਗੱਲ ਆਪਣੇ ਦਰਸ਼ਨ ਕਰੋ, ਨਾਮ ਸਿਮਰਨ ਕਰੋ, ਠੀਕ ਹੈ ਨਾ। ਜੋ ਚੀਜ਼ਾਂ ਹੁਣ ਤੱਕ ਚੱਲਦੀਆਂ ਆ ਰਹੀਆਂ ਨੇ 2-4 ਦਿਨ ਹੋਰ ਸਬਰ ਕਰ ਲਓ, ਜਿਹੜੀ ਆਪਾਂ ਜੜ ਤੋਂ ਖਤਮ ਕਰਨਾ ਇਹਦਾ, ਠੀਕ ਹੈ। ਵਿਸ਼ਵਾਸ ਹੋਇਆ ਵੀ ਜੇ 4 ਦਿਨਾਂ 'ਚ ਤੁਹਾਡੀ ਵੀ ਤੁਸੀਂ ਸੰਤੁਸ਼ਟ ਹੋਵੋਗੇ ਤਾਂ ਠੀਕ ਨਹੀਂ, ਅਸੀਂ 4 ਦਿਨ ਦਾ ਰਿਮਾਂਡ ਹੋਰ ਲੈ ਬਿਲਕੁਲ ਬਿਲਕੁਲ ਹੋਰ 4 ਦਿਨ ਦਾ ਲੈਣਾ ਜਦੋਂ ਤੱਕ ਤੁਸੀਂ ਕਹੋਗੇ। ਬਾਕੀ ਇਹ ਤੁਹਾਨੂੰ ਹੁਣ ਮੈਂ ਬਾਬਾ ਜੀ 6 ਸਾਲ ਤੋਂ ਬੈਠੇ ਹਾਂ, ਬਰਗਾੜੀ ਕਰਕੇ ਵੀ ਬੈਠੇ ਹਾਂ, ਆ ਬੈਠੀ 4 ਦਿਨ ਨਾਲ ਹੋਰ ਵੀ ਫਰਕ ਤੁਸੀਂ ਮੈਨੂੰ ਇੱਕ ਗੱਲ ਦੱਸੋ, ਬਰਗਾੜੀ ਵਾਲਾ ਬੇਅਦਬੀ ਮਸਲਾ, ਉਹਦੀ ਇੱਕ ਵੀ ਮੂਵਮੈਂਟ ਦੱਸੋ ਸਰ। ਕੁਝ ਵੀ ਨਹੀਂ ਕੁਝ ਵੀ ਹੋਇਆ ਅੱਜ ਤੱਕ ਇਹ ਤੁਹਾਨੂੰ ਬਾਈ ਜੀ 12 ਘੰਟੇ ਦੇ ਵਿੱਚ ਸਾਰਾ ਚਿੱਠਾ ਖੋਲ ਕੇ ਦੱਸਦਾ। ਸਿੰਘਾ ਤੇਰੇ ਨਾਲ ਤਾਂ ਕੋਈ ਇਤਰਾਜ਼ ਨਹੀਂ ਆ। ਨਹੀਂ ਬਾਈ ਜੀ ਪਤਾ ਕੀ ਆ, ਉਹ ਚੀਜ਼ ਨੇ ਸਾਡੇ ਬੰਦਾ ਕੋਲੇ ਬੈਠਾ, ਸਾਨੂੰ 1 ਘੰਟਾ ਸਾਡਾ ਪਿਆ ਸੀ, ਬਿਲਕੁਲ ਇਤਰਾਜ਼ ਨਹੀਂਗਾ ਕੋਈ, ਸਾਡਾ 1 ਘੰਟਾ ਮਿਸ ਹੋ ਗਿਆ, 1 ਦਿਨ ਗਿਆ, ਕੱਲ ਨੂੰ ਰਾਤ ਆ 12 ਘੰਟੇ ਸੀ ਉਹਦੇ ਕੋਲ ਜਾ ਨਹੀਂ ਸਕਦੇ। ਅੱਜ ਦੀ ਘੜੀ ਦੇ ਵਿੱਚ ਸਿੱਖ ਲਈ 1-1 ਮਿੰਟ ਜ਼ਰੂਰੀ ਆ। ਬਿਲਕੁਲ ਤੁਸੀਂ ਸਾਡਾ 1 ਘੰਟਾ ਖਰਾਬ ਕਰਤਾ ਜਿਹਨੇ ਵੀ ਕੀਤਾ। ਬਿਲਕੁਲ ਹੁਣ ਤੁਸੀਂ ਮੈਨੂੰ ਇਹ ਦੱਸੋ, ਆ ਸਿੰਘ ਕਹਿੰਦਾ ਮੇਰੇ ਹੱਥ ਦੇ ਸੱਟ ਵੱਜੀ ਆ, ਵੱਜੀਆਂ ਪੁਲਿਸ ਵਾਲਿਆਂ ਦੇ ਵੀ ਆ, ਹੁਣ ਉਹ ਕੀ ਕਹਿੰਦੇ ਸੀ, ਅੱਛਾ ਦੇ ਪੁਲਿਸ ਵਾਲੇ ਪਰਚੇ ਦੇ ਵੀ ਪਰਚਾ ਦੇਣਾ, ਬੰਦੇ ਵੈਰੀਫਾਈ ਆਇਡੈਂਟੀਫਾਈ ਕਰਨੇ ਆ, ਵੇਖ ਕੇ ਪਰਚਾ ਦੇਣਾ, ਮੈਨੂੰ ਅੰਦਰ ਪਾਇਆ ਗਿਆ ਸਾਰੇ ਅਫਸਰਾਂ ਦੇ। ਹੁਣ ਉਹ ਪਰਚੇ ਦੇ ਵਿੱਚ ਮੇਰਾ ਨਾਮ ਵੀ ਆਉਂਦਾ, ਚਾਹੇ ਮੈਂ ਰੌਲਾ ਲੜਨ ਵਾਲੇ ਦੀ ਗੱਲ ਨਹੀਂ ਹੁੰਦੀ, ਲਲਕਾਰਾ ਮਾਰਿਆ ਉਹਦੀ ਗੱਲ ਹੁੰਦੀ ਹੈ, ਬਿਲਕੁਲ ਮੈਨੂੰ ਭੋਰਾ ਫਿਕਰ ਨਹੀਂ ਪਈ। ਜਿਹੜੇ ਸਿੰਘ ਨੇ ਕੀਤਾ ਥੋੜਾ ਰੋਕ ਕੇ ਕਰ ਲੈਂਦਾ ਵਧੀਆ ਗੱਲ ਸੀ, ਮੈਂ ਇਸ ਚੀਜ਼ ਦੇ ਉਲਟ ਨਹੀਂ ਹੈਗਾ। ਤੰਬਾਕੂ ਨੂੰ ਹੀ ਤਾਂ ਰੋਕਣ ਲਈ ਤੁਰੇ ਫਿਰਦੇ ਆ ਬਾਈ, ਅਸੀਂ ਲੜਾਂਗੇ ਨਹੀਂ, ਪਰ ਜਦ ਮੂਵਮੈਂਟ ਚੱਲੀ ਆ ਉਹਦੇ ਨਾਲ ਚੱਲਣਾ ਚਾਹੀਦਾ। ਨਹੀਂ ਇਹ ਗੱਲ ਜਦੋਂ ਕੋਈ ਗੱਲ ਕਿਸੇ ਲਾਈਨ ਤੇ ਪੂਰੀ ਹੋਵੇ ਨਾ, ਜੇ ਕੋਈ ਗੱਲ ਸੱਚਾਈ ਆ ਉਸ ਮੌਕੇ ਲਿਕਾ ਲਾਉਣ ਵਾਲੇ ਇਹ ਨਹੀਂ ਤੁਸੀਂ ਉਹ ਤੁਹਾਡੇ ਰੂਪ 'ਚ ਹੀ ਹੋ ਸਕਦੇ ਨਹੀਂ ਹੁਣ ਤੁਸੀਂ ਕਿੱਥੇ ਖੜੇ ਹੋ, ਕੀ ਸਟੈਂਡ ਕਰਦੇ ਹੋ, ਕਮੇਟੀ ਤੁਹਾਡੀ ਹੁਣ ਇਸ ਤੋਂ ਬਾਹਰ ਕੀ ਗੱਲ ਬਾਤ ਉਹ ਦੱਸੋ। ਇਹ ਆ ਬੇਨਤੀ ਇਹ ਆ ਵੀ ਆਪਾਂ ਨੂੰ ਸਾਰਿਆਂ ਨੂੰ, ਯਾਨੀ ਕਿ ਆਪਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਸੱਚੀ ਮੁੱਠੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ, ਸਾਡੇ ਪੰਥ ਨਾਲ ਤੇ ਸਾਡੇ ਤਖ਼ਤ ਸਾਹਿਬ ਨਾਲ ਪਿਆਰ ਹੈ ਨਾ, ਤਾਂ ਘੱਟੋ ਘੱਟ ਆਪਸੀ ਜਿਹੜਾ ਪਿਆਰ ਹੈ ਨਾ ਉਹ ਜ਼ਰੂਰ ਬਣਾਈਏ ਆਪਾਂ। ਬਿਲਕੁਲ ਜਿੱਥੇ ਵੀ ਆਪਾਂ ਖੜੇ ਉਹ ਤੋਂ ਬਿਨਾਂ ਗੱਲ ਹਾਂ, ਨਹੀਂ ਜਿਹੜੇ ਬਣਨੀ। ਮਰਜ਼ੀ ਉਹ ਰੂਪ 'ਚ ਹੈ, ਆਪਦਾ ਪਿਆਰ ਜ਼ਰੂਰ ਬਣਾਓ। ਜੇ ਕੋਈ ਸ਼ਰਾਰਤ ਕਰਦਾ ਤਾਂ ਉਹਨੂੰ ਸਮਝਾਓ ਵੀਰ, ਕਿਉਂਕਿ ਮੈਨੂੰ ਅੱਜ ਦਿਨੇ 4-5 ਜਣਿਆਂ ਨਾਲ ਇਹ ਵਿਚਾਰ ਕਰਨੀ ਪਈ, ਮੈਨੂੰ ਵੀ ਮਤਲਬ ਪਤਾ ਨਹੀਂ ਕੀ ਪਤਾ ਕਿਸੇ ਨੇ ਬੋਲਿਆ ਹੋਣਾ ਵੱਧ ਘੱਟ, ਤੇ ਮੈਂ ਮਿਹਨਤ ਕਰਕੇ 3-4 ਜਣਿਆਂ ਨੂੰ ਬੇਨਤੀ ਕੀਤੀ ਯਾਰ ਆਪਾਂ ਆਪਸ 'ਚ ਇਹ ਨਾ ਬੋਲੀ ਗਏ, ਨਹੀਂ ਬਾਬਾ ਜੀ ਤੁਸੀਂ ਇਹ ਆਪਾਂ ਇਹ ਯਕੀਨੀ ਬਣਾਈਏ ਵੀ ਆਪਾਂ ਜਿੰਨੇ ਖੜੇ ਆ ਇੱਥੇ ਸੰਗਤ ਤੁਸੀਂ ਸਹਿਮਤ ਹੋ ਸੰਗਤ ਜੀ? ਅੰਮ੍ਰਿਤਪਾਲ ਸਿੰਘ ਨੂੰ ਸੁਣਿਆ, ਸਹਿਮਤ ਹੋ ਸਾਰੇ? ਨਾਲ ਖੜੇ ਹੋ, ਕੋਈ ਸਵਾਲ ਤਾਂ ਨਹੀਂਗਾ ਹੁਣ? ਨਾ ਜੀ, ਠੀਕ ਹੈ ਨਾ, ਕੋਈ ਕਿੰਤੂ ਹੈਗੀ ਆ? ਹੁਣ ਦੱਸ ਦਿਓ। ਹੁਣ ਕਿਸੇ ਵੀ ਕਾਰਵਾਈ ਨੈਕਸਟ ਹੋਗੀ, ਜੋ ਚੀਜ਼ ਹੋਗੀ ਵੈਗਰੂ ਹੋਗੀ, ਉਹ ਤਾਂ ਹੁਣ ਅਗਲੀ ਕਾਰਵਾਈ ਦੇ ਸਮਾਂ ਦਿੱਤਾ ਸਿੰਘ ਨੂੰ, ਜਾਂ ਜਿੱਦਾਂ ਵੀ ਮੂਵਮੈਂਟ ਆ ਹੁਣੇ ਦੱਸਣਗੇ ਅਗਲੀ ਕਾਰਵਾਈ ਦਾ। ਸਬਰ ਦੀ ਗੱਲ ਹੁੰਦੀ ਹੈ ਬਾਈ, ਜਦੋਂ ਸਿਰ ਤੇ 50 ਲੱਖ ਰੁਪਈਆ ਹੋਵੇ ਉਦੋਂ ਜਿਹਦੇ ਸਿਰ ਤੇ 2 ਕਰੋੜਾਂ ਨੂੰ ਵੇਖ ਕੇ ਜਾਣਾ ਪੈਂਦਾ ਵੀ ਯਾਰ ਮੇਰੇ ਨਾਲੋਂ ਕਿੰਨੇ ਆ, ਬਸ ਆ ਲਾਸਟ ਗੱਲ। ਜਿਹਦੇ ਸਿਰ ਤੇ ਇੰਨੇ ਪੈਸੇ ਆ ਫਿਰ ਛੋਟੇ। ਇੱਕ ਲਖਾਰੀ ਸੀ, ਉਹਨੇ ਝੁੱਗੀਆਂ 'ਚ ਜਾ ਕੇ ਕੋਠਾ ਪਾਲਿਆ, ਉਹਨੂੰ ਉਹਦਾ ਯਾਰ ਦੋਸਤ ਮਿਲਿਆ, ਕਹਿੰਦਾ ਯਾਰ ਤੂੰ ਝੁੱਗੀਆਂ ਝੌਂਪੜੀਆਂ 'ਚ ਕਾਹਤੋਂ ਰਹਿਣਾ, ਕਹਿੰਦਾ ਮੈਂ ਕੋਲੇ 2 ਲੱਖ ਰੁਪਈਆ ਸੀ, 2 ਲੱਖ ਦਾ ਕਮਰਾ ਪਾ ਰਿਹਾ, ਕਹਿੰਦਾ ਕਿਉਂ ਝੁੱਗੀਆਂ ਝੌਂਪੜੀਆਂ 'ਚ, ਕਹਿੰਦਾ ਆ ਸਾਰੇ ਲੋਕਾਂ 'ਚ ਮੈਂ ਤਕੜਾ, ਮੈਂ ਤਕੜਾ, ਮੈਨੂੰ ਮਾਣ ਆ। ਜਦੋਂ ਸਾਡੀ ਬਰਗਾੜੀ ਬੇਅਦਬੀ ਹੋਈ ਆ, ਸਾਨੂੰ ਤਾਂ ਸਾਡੇ ਮਹਾਰਾਜ ਦਾ ਸਰੂਪ ਵੀ ਪੂਰਾ ਨਹੀਂ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅਗਨ ਭੇਟ ਕੀਤਾ ਗਿਆ, ਜੋੜੀਆਂ। ਅਸੀਂ ਉੱਥੇ ਇਹ ਸਬਰ ਨਹੀਂ ਹੈਗਾ, ਅਸੀਂ ਮਨ ਸਮਝਾਉਣਾ, ਰਣਨੀਤੀ ਕੀ ਕਰਨੀ ਆ, ਰਣਨੀਤੀ ਗਰਾਊਂਡ 'ਤੇ ਖੇਡਣਾ, ਗਰਾਊਂਡ ਲੈਵਲ ਤੇ ਉਹ ਚੀਜ਼ ਨੂੰ ਇੱਕ ਪਾਸੇ ਰੱਖਣਾ ਪੈਣਾ। ਉਹ ਮੰਨੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਸੀਂ ਉਹਨਾਂ ਦਾ ਹੀ ਸੰਸਕਾਰ ਕਰਨਾ ਸੀ, ਇਹ ਆ ਵੀ ਉਹਨਾਂ ਦਾ ਉੱਥੇ ਹੀ ਹੋ ਗਿਆ। ਮਨ ਨੂੰ ਸਮਝਾਉਣ ਦੀ ਗੱਲ, ਜਿਹੜੀ ਇੱਥੇ ਬੀੜੀ ਸਿਰ ਸਿੱਟੀ ਗਈ ਆ, ਉਹ ਮਹਾਰਾਜ ਦੀ ਤਾਬਿਆ ਨਹੀਂ ਸਿੱਟੀ ਗਈ ਜੀ, ਹੋਈ ਮਾੜੀ ਗੱਲ ਆ, ਮਨ ਸਮਝਾਉਣ ਦੀ ਗੱਲ ਕਰਦੇ ਆ। ਜਿਹੜੀਆਂ ਪਿੱਛੇ ਵੀ ਆਦਮੀਆਂ ਹੋਈਆਂ ਉਹਨਾਂ ਤੋਂ ਘੱਟ ਵੀ ਨਹੀਂ ਹੈਗੀ, ਪਰ ਕੋਈ ਅਸੀਂ ਕਹਿ ਵੀ ਨਹੀਂ ਸਕਦੇ ਇੰਨਾ ਵੀ ਅਸੀਂ ਹਜੇ ਰੁਕ ਵੀ ਨਹੀਂ ਸਕਦੇ, ਸਬਰ ਵੀ ਨਹੀਂ ਕਰਦੇ, ਪਰ ਸਬਰ ਇੱਥੋਂ ਤੱਕ ਵੀ ਨਹੀਂ ਕਰਨਾ ਵੀ ਸਾਡੇ ਤਾਕਤ ਤੋਂ ਚਲੇ ਜਾਣ। ਜਿੰਨਾ ਚਿਰ ਤੀਜੀ ਵਾਰੀ ਗੱਲ ਕਹਿਣ ਲੱਗ ਗਿਆ 2 ਦਿਨਾਂ ਦੇ ਵਿੱਚ, ਜਿੰਨਾ ਚਿਰ ਹਰੇਕ ਨੇ ਬਾਣਾ ਨਹੀਂ ਪਾਉਂਦਾ, ਗਾਤਰੇ ਕਿਰਪਾਨ ਨਹੀਂ ਆਉਂਦੀ,
ਬਾਣੀ ਦਾ ਪਹਿਰਾ ਨਹੀਂ ਆਉਂਦਾ ਉਹਨਾਂ ਟਾਈਮ ਬਾਈ ਜੀ ਇਹ ਹੋਣਾ ਇਕੱਠ ਕਿੰਨਾ ਕੁ ਟਾਈਮ ਕਰੀ ਚੱਲੋਗੇ, ਕਮੇਟੀਆਂ ਕਿੰਨੀਆਂ ਕੁ ਬਣਾਓਗੇ? ਇਸ ਚੀਜ਼ ਨੂੰ ਭੁੱਲ ਨਹੀਂ ਸਕਦੇ। ਸਬਰ ਦੇ ਵਿੱਚ ਰੱਖ ਕੇ ਹੁਣ ਗਾਂ ਕੀ ਕਰਨਾ ਸਿੰਘੋ, ਇਹ ਤੁਹਾਨੂੰ ਸੋਚਣਾ ਪੈਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੂੰ ਨਮਸਤਕ ਹੁੰਦੇ ਆ, ਤਖਤ ਸਾਹਿਬ ਤੇ ਜਾਂਦੇ ਆ, ਬਾਈ ਜੀ ਕੋਈ ਬੰਦਾ ਹੈ ਜਿਹੜਾ ਘੰਟਾ ਵੀ ਰੁਕਦਾ ਹੋਵੇ, ਉਹ ਨੇੜੇ ਤੇੜੇ ਦੇ ਨੂੰ ਇਹ ਚਾਹੀਦਾ ਵੀ ਵਿਹਲੇ ਵੀ ਤਾਂ ਤੁਰੇ ਫਿਰਦੇ, ਸ਼ਰਮ ਆਉਂਦੀ ਆ ਕਿਸੇ ਕੁੜੀ ਪਿੱਛੇ ਗੇੜਾ ਮਾਰਨਾ, ਟਾਈਮ ਨਹੀਂ ਲੰਘਣ ਦਿੰਦੇ। ਤੇ ਯਾਰ ਜੇ ਮਹਾਰਾਜ ਦਾ ਸੁੱਖ ਆਸਣ ਜਾਂ ਪ੍ਰਕਾਸ਼ ਹੋਣਾ, ਘੱਟੋ ਘੱਟ 10-15 ਸਿੰਘ ਸ਼ਾਸਤਰਧਾਰੀ ਤੇ ਖੜੇ ਤਾਂ ਹੋਣ। ਤੁਸੀਂ ਇੱਕ ਗੱਲ ਵੇਖੋ, ਮੈਂ ਸਟੇਜ ਤੇ ਖੜਾ, ਕੋਈ ਬੰਦਾ ਆ ਕੇ ਮੇਰੇ ਮੂੰਹ ਤੇ ਚਪੇੜ ਮਾਰੇ, ਤੁਸੀਂ ਉਹਨੂੰ ਛੱਡ ਦੋਗੇ? ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੋਟੇ ਕਰਤੇ, ਹਜੇ ਤੱਕ ਉਹ ਬਾਹਰ ਫਿਰਦੇ। ਕੀ ਬਰਗਾੜੀ ਵਾਲੇ ਕੇਸ ਵਾਲੇ ਬੰਦੇ ਬਾਹਰ ਨਹੀਂ ਆਏ ਹਜੇ? ਇੱਥੇ ਤੁਸੀਂ ਭੜਕੇ ਮਾਰ ਦਾਂਗੇ ਤੇ ਉਹ ਬੰਦੇ ਸਾਰੇ ਬਾਹਰ ਫਿਰਦੇ ਆ। ਸਾਡੀ ਇਸ ਜ਼ਿੰਦਗੀ ਦੀ ਅਹਿਮੀਅਤ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਕਰਤੀ ਤੁਸੀਂ ਲੋਕਾਂ ਨੇ। ਇੱਥੇ ਤੁਸੀਂ ਬਾਦਲ ਜਾਂ ਕੈਪਟਨ ਦੇ ਵਿਰੁੱਧ ਧਰਨਾ ਦਿਓ, ਸਾਨੂੰ ਉਹਦੇ ਚੱਕ ਕੇ ਅੰਦਰ ਲਾ ਦੇਣ ਜਿੰਦਾ। ਇੱਧਰ ਬੇਅਦਬੀ ਹੋ ਗਈ, ਕੋਈ ਗੱਲ ਕੋਈ ਹੋਇਆ ਹੱਲ? ਇੱਕ ਮਿੰਟ, ਜੇ ਇੱਥੇ ਮਤਲਬ ਕਿਸੇ ਰਾਜਨੀਤਿਕ ਦਾ ਹੁੰਦਾ, ਜੇ ਕੱਢ ਕੇ ਨੂੰ ਪੁਤਲੇ ਫੂਕਣ ਵਾਲੇ ਦੀਆਂ ਟਰਾਲੀਆਂ ਭਰੀਆਂ ਹੋਣੀਆਂ ਸੀ। ਜੀ ਸਾਡੀ ਆ ਬਾਬਾ ਜੀ ਤੁਹਾਡੀ ਗੱਲ ਕਰਦਾ, ਇੱਕ ਮਿੰਟ ਮੇਰੀ ਬੇਨਤੀ ਸੁਣ ਲਓ। ਜਿਹੜੀ ਗੱਲ ਕਰਦਾ ਹਰਪਾਲ ਸਿੰਘ, ਗੱਲ ਇਦਾਂ ਵਾ ਕਿ ਇਹ ਮੂਵਮੈਂਟ ਚੱਲੀ ਸੀ ਸਾਡੇ ਨਗਰ ਖੇੜੇ ਗਲੀ ਮਹੱਲੇ ਦੇ ਗੁਰਦੁਆਰਿਆਂ ਤੋਂ। ਗੁਰਦੁਆਰੇ ਦਾ ਪਿੰਡਾਂ 6 ਨੇ, ਕੋਈ ਮਰਿਆਦਾ ਨਹੀਂ ਹੈਗੀ। ਪੰਜ ਸਿੰਘ ਕਮੇਟੀ ਚੁਣਦੇ ਆ। ਤੁਹਾਨੂੰ ਵੀ ਪਤਾ ਹੋਣਾ ਪਿੰਡਾਂ ਦੇ ਵਿੱਚ ਗੈਰ ਅੰਮ੍ਰਿਤਸਰੀਏ ਬਹੁਤ ਨੇ, ਸ਼ਹਿਰਾਂ ਵਿੱਚ ਨੇ। ਜਿੱਥੋਂ ਚੱਲਣਾ ਸੀ, ਜਿੱਥੋਂ ਪ੍ਰਚਾਰ ਦੀ ਮੂਵਮੈਂਟ ਚੱਲਣੀ ਸੀ, ਬੰਦਾ ਨਗਰ ਦੇ ਖੇੜੇ ਦੇ ਗੁਰਦੁਆਰੇ 'ਚ 10 ਮਿੰਟ ਨਹੀਂ ਬੈਠਦਾ। ਇੱਥੇ ਆ ਕੇ ਕਿੱਥੇ ਬੈਠੂਗਾ ਉਹ? ਬਿਲਕੁਲ। ਪਰ ਵੇਖੋ ਤੁਸੀਂ ਅੱਜ ਆਏ ਆ, ਇਹ ਕੱਲ ਦੇ ਅਸੀਂ ਸਿੰਘ ਆਏ ਆ, ਕੱਲ ਦੇ ਆਏ ਆ, ਇੱਥੇ ਅਸੀਂ 50 ਬੰਦੇ ਨਹੀਂ। ਸੱਚ ਇਹ ਆ, ਬਿਲਕੁਲ ਦੁੱਖ ਹੈ ਇਹ। ਤੁਸੀਂ ਕਿਸੇ ਰਾਜਨੀਤੀ ਕੋ ਜਾਂ ਕਿਸੇ ਦੀ ਰੈਲੀ ਜਾਂ ਕੁਝ ਹੋਵੇ, ਅਸੀਂ ਭੱਜੇ ਤੁਰੇ ਜਾਂਦੇ ਹਾਂ। ਬਿਲਕੁਲ ਜੀ ਬਿਲਕੁਲ। ਗੁਰੂ ਸਾਹਿਬ ਦੀ ਬੇਅਦਬੀ ਨੂੰ ਅਸੀਂ ਕਹਿਣ ਨੂੰ ਵੇਖੋ, ਸੱਚ ਇਹ ਮੰਨਣਾ ਪਊਗਾ। ਅਸੀਂ ਬਾਬਾ ਜੀ ਤੁਹਾਡੀ ਇੱਕ ਫੇਸਬੁੱਕ ਤੇ ਪੋਸਟਾਂ ਪਾ ਦਿਆਂਗੇ, ਅਸੀਂ ਫਲਾਨਾ ਕਰ ਜਾਾਂਗੇ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇੱਕ ਸਿਰਫ ਆਪਣੇ ਮਕਸਦ ਲਈ ਵਰਤ ਰਹੇ ਹਾਂ, ਉਹਦਾ ਨਾਮ ਬਾਬਾ ਜੀ ਸਾਨੂੰ ਕੋਈ ਪਿਆਰ। ਜਿਹੜਾ ਜੇ ਬੰਦਾ ਤੰਬਾਕੂ ਲਾਉਂਦਾ ਸੋਧਾ ਲਾਇਆ, ਤੁਸੀਂ ਉਹਦਾ ਤੰਬਾਕੂ ਲਾਉਂਦਾ ਸੋਧਾ ਲਾਤਾ, ਜੈ ਜੀ ਗੱਲ ਕਾਹਤੋਂ ਲਾਇਆ? ਕਿਉਂਕਿ ਸਿੰਘ ਹਾਜ਼ਰ ਸੀ। ਜੇ ਸਿੰਘਾਂ ਦੀ ਹਾਜ਼ਰੀ 'ਚ ਇਹ ਕੰਮ ਹੋ ਸਕਦਾ ਤੇ ਸਿੰਘ ਹਾਜ਼ਰ ਲਾਜ਼ਮੀ ਚਾਹੀਦੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, 5 ਜ਼ਿਲ੍ਹਿਆਂ ਦੇ ਵਿੱਚ ਅੱਜ ਦੇ ਦਿਨ ਬੇਅਦਬੀ ਹੋ ਗਈ, ਹੁਣ 10 ਵਜੇ 5 ਜ਼ਿਲ੍ਹਿਆਂ 'ਚ ਬੇਅਦਬੀ ਹੋਣੀ ਆ, ਮੈਂ ਕਿੱਥੇ ਜਾਊਂਗਾ ਬਈ? ਇਹਨੇ ਮੈਂ ਉਹੀ ਕਹਿਣਾ, ਹਰੇਕ ਨਗਰ ਦੇ ਹਰੇਕ ਨਗਰ 'ਚ ਨਹੀਂ ਜਾ ਸਕਦੇ। ਅਸੀਂ ਕੱਲ ਤਾਂ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਤੋਂ ਆਪਾਂ ਨੂੰ ਸਨਮਾਨਿਤ ਕੀਤਾ ਗਿਆ। ਅਸੀਂ ਸਨਮਾਨਿਤ ਲੈ ਕੇ ਤੇ ਮੈਂ ਕਿਹਾ ਚੱਕ ਯਾਰ ਫੋਨ ਅੱਜ ਕਰਤਾ ਬੰਦ, ਹੁਣ 2 ਮਹੀਨੇ ਰੈਸਟ ਕਰਨੀ ਆ, ਬਾਣੀ ਪੜ੍ਹਨੀ ਆ ਹਜ਼ੂਰ ਸਾਹਿਬ ਜਾ ਕੇ। ਬੰਦ ਕਰਨ ਹੀ ਲੱਗਾ ਸੀ, ਮੈਸੇਜ ਮਿਲ ਗਿਆ ਵੀ ਇੱਥੇ ਬੇਅਦਬੀ ਹੋ ਗਈ। ਆ ਗਏ ਆ ਪਰਸੋਂ ਦੇ ਇਸੇ ਬਾਣੇ 'ਚ, ਇਸੇ ਕਚਹਿਰੇ 'ਚ, ਇਸੇ ਗਮਾਲੇ ਦੇ ਵਿੱਚ ਹੈਗੇ ਬਈ। ਕਾਹਤੋਂ? ਜੇ ਤੁਸੀਂ ਆਹ ਮੂਵਮੈਂਟ ਕਰਨੀ, ਸਾਡੀ ਹਿਲਜੁਲ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਦੇਣੀ ਆ, ਬਾਈ ਜੀ ਆਪਣੇ ਤੋਂ ਇਹ ਨਹੀਂ, ਜ਼ਿੰਮੇਵਾਰੀ ਪੰਥ ਦੀ ਆ, ਬਹੁਤ ਵੱਡੀ ਆ। ਸਾਡੇ ਪਿਓ ਦੀ ਗੱਲ ਆ, ਅਸੀਂ ਕਿਹਨੇ ਹੱਲ ਕਰ ਦਾਂਗੇ ਇਸ ਚੀਜ਼ ਦਾ? ਠੀਕ ਆ। ਦੇਖੋ ਮੈਂ ਤੁਹਾਨੂੰ ਦੱਸਦਾ, ਮੈਂ ਆਪਦੀ ਇਹ ਜਿਹੜੀ ਇਨਕੁਆਇਰੀ ਕਰੀ ਜਾਊਂਗਾ ਆਪਦੇ ਪੱਧਰ ਤੇ। ਅਸੀਂ ਇਹਦੇ ਤੇ ਐਕਸ਼ਨ ਵੀ ਲੈ ਲਾਂਗੇ। ਰਾਹ 3 ਨਿਕਲੇ ਸੀ। ਪਹਿਲਾ ਰਾਹ ਸਾਡਾ ਚੁੱਪ ਦਾ ਸੀ, ਅਸੀਂ ਉੱਥੇ ਕੋਈ ਸਾਲ ਜਾਬ ਨਹੀਂ ਕਰਨਾ, ਉਹਦੇ ਤੇ ਜਿਹੜੀ ਮਾੜੀ ਮੋਟੀ ਧਾਰਾ ਲੱਗਦੀ ਉਹ ਲੱਗੇ ਤੇ ਛੇਤੀ ਬਾਹਰ ਆ ਕੇ ਸਿੰਘ ਸੋਧਾ ਲਾਉਣ, ਜਿਹੜੀ ਮੇਨ ਗੱਲ। ਦੂਜੀ ਸੀ ਉਹਦੇ ਤੇ UAP ਲਵਾਉਣ ਨੂੰ ਫਿਰਦੇ ਆ, ਪੱਕਾ ਹੀ ਅੰਦਰ ਰਵੇ। ਹਾਂਜੀ, ਉਹਦੇ ਨਾਲ ਸਾਨੂੰ ਇਹ ਆ ਵੀ ਗਾਂ ਜਦੋਂ ਕੋਈ ਕਰੂਗਾ ਗਾਂ ਬਣੂਗਾ, ਮਤਲਬ ਬਾਕੀ ਕੀ ਪਤਾ ਇਹਦੇ ਪਿਤਾ ਜੀ ਜਾਂ ਬਾਕੀ ਹੋਰ ਵੀ ਕੋਈ ਕੀਤੀ ਹੋਣ। ਅੱਜ ਆਪਾਂ ਨੂੰ ਮੇਰੇ ਨੂੰ ਪਤਾ ਲੱਗਿਆ ਹੋਰ ਵੀ ਕੋਈ ਕੀਤੀ ਹੋਣ, ਫਿਰ ਵੀ ਇਹਨਾਂ ਨੇ ਆਪਣੇ ਦਾ ਮਤਲਬ ਦੇਸ਼ ਧਰੋਹੀ ਨਹੀਂ ਹੁੰਦਾ, ਉਹ ਕਿਸੇ ਵੀ ਧਰਮ ਦੇ ਵਿੱਚ ਚੱਲਣ ਦੀ ਗੱਲ ਇਹ ਹੋ ਜੂ ਨਾ ਫਿਰਕੂ, ਮਤਲਬ ਆਪਸ ਵਿੱਚ ਹਿੰਦੂ ਸਿੱਖ ਜਾਂ ਦੰਗੇ ਫਸਾਦ ਕਰਾਉਣ ਦੇ ਲਈ। ਇਹਦੇ ਨਾਲ ਇਹ ਬੇਅਦਬੀ ਕਰਕੇ ਯਾਨੀ ਸੰਸਥੇ ਵਾਲਾ ਇੱਕ ਵੱਖਰਾ ਧਰਮ ਹੋ ਗਿਆ, ਗਿਣਤੀ 'ਚ ਆ ਗਿਆ ਹੁਣ ਕਹਿਣ ਦਾ ਮਤਲਬ ਨਹੀਂ, ਉਹ ਨਹੀਂ ਵੀ ਇਹਦੇ ਨਾਲ ਬੇਅਦਬੀ ਕਰਕੇ ਸਿੱਖਾਂ 'ਚ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰ ਰਹੇ। ਮੈਂ ਚਲੋ ਤੁਹਾਡੀ ਇਕੱਤਰਤਾ ਦੀ ਗੱਲ ਮੈਂ ਕਰਦਾ, ਅਗਰ ਤੁਹਾਡੀ ਗੱਲ ਇਕੱਤਰਤਾ ਤੁਸੀਂ ਕਹਿੰਦੇ ਨਾ, ਆਪਾਂ ਛੋਟੀ ਗੱਲ ਕਰ ਲਈ, 50,000 ਦੇ ਕਰੀਬ ਗੁਰਦੁਆਰੇ ਹੋਣੇ ਪੰਜਾਬ ਦੇ ਵਿੱਚ। ਆਪਾਂ ਘਾਟੀ ਦਾ ਆਪਾਂ ਨਾ ਖਤਮ ਕਰ ਲੈਂਦੇ। ਮੈਂ ਤੁਹਾਡੇ ਵਿੱਚ ਬਹਿਣਾ, ਇਹਨਾਂ ਨੂੰ ਜਾਣ ਦੇ। ਬਿਲਕੁਲ ਸਹੀ। ਬਹੁਤ ਧੰਨਵਾਦ। ਅਸੀਂ ਦੇਖੋ ਸ਼ੌਕ ਆ ਸਾਨੂੰ ਸਭ ਨੂੰ ਇੱਥੇ ਬੁਲਟਬਾਜ਼ੀ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਕੋਈ ਵੀ ਪ੍ਰੇਮ ਨਾਲ ਬੈਠੋ, ਇੱਥੇ ਬੈਠੋ, ਤਖਤ ਸਾਹਿਬ ਤੇ ਬੈਠੋ, ਲੰਗਰ 'ਚ ਬੈਠੋ, ਕਮਰੇ ਚਾਹੀਦੇ ਅਸੀਂ ਉਹ ਕਹਿ ਦਿੰਦੇ ਆ ਕਮਰੇ 'ਚ ਬੈਠੋ, ਹਨਾ। ਜੇ ਕੋਈ ਕਰਦਾ ਤਾਂ ਉਹਦਾ ਆਪਾਂ ਹੀ ਆਪਸ ਵਿੱਚ ਪਿਆਰ ਨਾਲ ਖਿਆਲ ਕਰੀਏ। ਬਿਲਕੁਲ ਵੀ ਬੜੇ ਆਉਂਦੇ। ਬਿਲਕੁਲ ਠੀਕ ਹੈ। ਅਸੀਂ ਹੁਣ ਆਪਾਂ ਆਏ ਬੇਅਦਬੀ ਮਾਮਲੇ ਦੇ ਵਿੱਚ ਹੀ ਆਏ ਹਾਂ।
ਜੇ ਹੁਣ ਆਪਣੇ ਕੱਲ ਨੂੰ ਹੁਣ ਜਿਹੜਾ ਅੱਜ ਤੁਹਾਡੇ ਸਾਹਮਣੇ ਥੱਲੇ ਮਾਮਲਾ ਲਿਆ ਉਹ ਠੰਡਾ ਨਹੀਂ ਹੋਇਆ ਆ 3 ਹੁਣ ਹੋਰ ਹੋ ਗਏ ਆ ਗਏ ਬੰਦੇ ਨੇ ਇੱਥੇ ਆ ਕੇ ਕਰ ਗਏ ਇਹਦਾ ਮਤਲਬ ਸਾਨੂੰ ਇਹ ਤਾਂ ਚਾਹੀਦਾ ਹੀ ਆ ਵੀ ਕਮੇਟੀ ਵਾਲਿਆਂ ਨੂੰ ਕਹਿਣਾ ਠੀਕ ਹੈ ਵੀ ਅਸੀਂ ਕਮੇਟੀ ਵਾਲਿਆਂ ਨਾਲ ਗੱਲ ਕਰੀ ਜਾਂਦੇ ਸੀ ਹੁਣ ਵੇਖੋ ਜਿਹੜੇ ਬੰਦਿਆਂ ਦੇ ਸੱਟ ਵੱਜੀ ਆ ਮਾਰੀ ਆ ਅਸੀਂ ਜਾਇਜ਼ ਆ ਮਾਰਨੀ ਚਾਹੀਦੀ ਆ ਪਰ ਕਾਨੂੰਨ ਦੇ ਕੇਸ ਤਾਂ ਬਣੂਗਾ ਨਾ ਹੁਣ ਇਹ ਜਿਹੜਾ ਕੰਮ ਹੋਣਾ ਹੀ ਹੋਣਾ ਸੀ ਹੁਣ ਸਾਡੀ ਮੀਟਿੰਗ ਅਫਸਰਾਂ ਨਾਲ ਵੀ ਆ ਕੀ ਕਵਾਂਗੇ ਬਾਈ ਜੀ ਸਾਡੇ ਪੱਥ ਦੀ ਗੱਲ ਆ ਭਾਈ ਸਾਹਿਬ ਧਿਆਨ ਭੜਕਾਉਣਾ ਤੁਸੀਂ ਆਪਣੀ ਸਾਨੂੰ ਗੱਲ ਲੱਗੋ ਜਿਹੜਾ ਤੁਹਾਨੂੰ ਜ਼ਿੰਮੇ ਦਿੱਤੀ ਆ ਕੌਮ ਨੇ ਤੁਸੀਂ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਮਝ ਲਓ ਬਾਈ ਜੀ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਤੱਕ ਟਾਈਮ ਹੁੰਦਾ ਸਾਡੇ ਕੋਲੇ 5 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਇੱਥੇ ਆਇਆ ਕਰੂੰਗਾ ਇੱਥੇ ਨਹੀਂ ਰਹਿਣਾ ਜਿਹੜੇ ਮੇਰੇ ਨਾਲ ਸਿੰਘ ਆਏ ਗੱਡੀਆਂ ਚੱਕੋ ਨਿਕਲੋ ਇੱਥੇ ਕਿਸੇ ਤੇ ਕੋਈ ਯਕੀਨ ਨਹੀਂ ਬਾਈ ਜੀ ਸਾਨੂੰ ਪਰਛਾਵੇਂ ਤੇ ਯਕੀਨ ਨਹੀਂ ਹੁਣ ਆਏ ਸੀਗੇ ਮੇਰੇ ਪਿੱਛੇ ਸੀ ਪਰਛਾਵਾਂ ਹੁਣ ਗਾਹ ਕਰਨਾ ਨਹੀਂ ਚਾਹੀਦਾ ਕਰੀ ਵੀ ਨਾ ਵੀਰੇ ਕਰੀ ਵੀ ਨਾ ਤੈਨੂੰ ਉਦੋਂ ਵੀ ਕਿਹਾ ਚਲੋ ਵਾਹਿਗੁਰੂ ਜੀ ਕਾ ਖਾਲਸਾ